ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਆਨੰਦ ਕਾਰਜ ਜੀਵਨ ਸੰਦੇਸ਼। ਇਹ ਵਿਸ਼ਾ ਸਾਡੇ ਹਰ ਇੱਕ ਨਾਲ ਸੰਬੰਧਿਤ ਹੈ, ਹਰ ਘਰ ਨਾਲ ਸੰਬੰਧਿਤ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਨੰਦ ਕਾਰਜ ਜਦੋਂ ਦੁਨਿਆਵੀ ਤੌਰ ਤੇ ਅਸੀਂ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 ਲਾਵਾਂ ਅਸੀਂ ਪੜ੍ਹਦੇ ਹਾਂ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜਿਹੜੀਆਂ 4 ਲਾਵਾਂ ਨੇ ਇਹ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੇ 4 ਪੜਾਅ ਨੇ, ਪਰ ਅਸੀਂ ਦੁਨਿਆਵੀ ਤੌਰ ਤੇ ਲਾਵਾਂ ਦਾ ਮਨੁੱਖੀਕਰਨ ਕਰਕੇ ਇਸ ਨੂੰ ਆਨੰਦ ਸੰਸਕਾਰ ਜੀਵਨ ਸੰਦੇਸ਼ ਦੇ ਕਨਸੈਪਟ ਰਾਹੀਂ, ਜੀਵਨ ਸੰਦੇਸ਼ ਦੇ ਸੰਕਲਪ ਰਾਹੀਂ ਸਮਝਣਾ ਹੈ। ਭਾਰਤੀ ਪਰੰਪਰਾ ਵਿੱਚ ਦੇਖੋ, ਘਰ ਵਿੱਚ ਰਹਿੰਦੇ ਹੋਏ ਘਰ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਲੇ ਨੂੰ ਗ੍ਰਸਤੀ ਕਿਹਾ ਜਾਂਦਾ ਹੈ। ਔਰ ਗ੍ਰਸਤੀ ਜੀਵਨ ਦੀਆਂ ਮੁਸ਼ਕਲਾਂ ਨੂੰ ਸਮਝਣਾ, ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨਾ ਸੌਖਾ ਕੰਮ ਨਹੀਂ ਸਮਝਿਆ ਗਿਆ। ਔਰ ਇਸੇ ਲਈ ਪੁਰਾਤਨ ਅਸੀਂ ਜਦੋਂ ਵੇਖਦੇ ਹਾਂ ਯੋਗੀ, ਜਤੀ, ਤਪੀ, ਸੰਨਿਆਸੀ ਗ੍ਰਸਤ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਉੱਤੇ ਚਲੇ ਗਏ। ਗ੍ਰਸਤੀ ਨੂੰ ਆਪਣੇ ਡੇਰਿਆਂ 'ਚ ਸਥਾਨ ਨਹੀਂ ਸਨ ਦਿੰਦੇ। ਔਰ ਧਰਮ ਦੀ ਦੁਨੀਆ ਦੇ ਇਹ ਉਸ ਟਾਈਮ ਦੇ ਇੰਟੈਲੈਕਚੁਅਲ ਵਿਦਵਾਨ ਕਹਾਵਣ ਵਾਲੇ ਇਸਤਰੀ ਨੂੰ ਯੋਗ ਪ੍ਰਾਪਤ ਕਰਨ ਦੀ ਜਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਵੱਡੀ ਰੁਕਾਵਟ ਸਮਝਦੇ ਸਨ। ਪਰ ਸਿੱਖ ਧਰਮ ਦੇ ਵਿੱਚ ਗ੍ਰਸਤ ਜੀਵਨ ਨੂੰ ਪ੍ਰਵਾਨ ਕਰਦੇ ਹੋਏ ਇਸ ਮਾਰਗ ਨੂੰ ਧਾਰਨ ਕਰਨ ਤੇ ਜ਼ੋਰ ਦਿੱਤਾ ਗਿਆ। ਔਰ ਗੁਰੂ ਨਾਨਕ ਸਾਹਿਬ ਦੀ ਜਿਹੜਾ ਫਲਸਫਾ ਹੈ ਉਹ ਗ੍ਰਸਤ ਜੀਵਨ ਦਾ ਹੈ। ਔਰ ਗੁਰੂ ਸਾਹਿਬ ਅਨੁਸਾਰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਗ੍ਰਸਤੀ ਪਰਮਾਤਮਾ ਆਪ ਹੈ, ਕਿਉਂਕਿ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਔਰ ਇਸ ਦਾ ਕਾਰ ਵਿਹਾਰ ਚਲਾ ਰਿਹਾ ਹੈ, ਇਸ ਸ੍ਰਿਸ਼ਟੀ ਦਾ ਦੇਖਭਾਲ ਕਰ ਰਿਹਾ ਹੈ ਨਾ। ਪੰਜਵੇਂ ਪਾਤਸ਼ਾਹ ਦਾ ਬੜਾ ਖੂਬਸੂਰਤ ਫਰਮਾਨ, ਗ੍ਰਸਤਨ ਮੇਂ ਤੂੰ ਬੜੋ ਗ੍ਰਸਤੀ। ਤੋਂ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਸ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤਾਂ ਸਿੱਖੀ ਵਿੱਚ ਜਾਂ ਗੁਰਬਾਣੀ ਵਿੱਚ ਸਫਲ ਗ੍ਰਸਤ ਜੀਵਨ ਬਤੀਤ ਕਰਨ ਸੰਬੰਧੀ ਬਹੁਤ ਉਪਦੇਸ਼ ਹੈ। ਦੂਸਰੇ ਮਜ਼ਹਬਾਂ ਵਿੱਚ ਜਿਸ ਨੂੰ ਸ਼ਾਦੀ ਕਿਹਾ ਜਾਂਦਾ ਹੈ, ਮੈਰਿਜ, ਵਿਆਹ, ਨਿਕਾਹ, ਸਿੱਖੀ ਵਿੱਚ ਜ਼ਿੰਦਗੀ ਦੇ ਇਸ ਮੋੜ ਨੂੰ ਆਨੰਦ ਸੰਸਕਾਰ ਕਿਹਾ ਜਾਂਦਾ ਹੈ। ਸੰਸਾਰਕ ਸੰਸਕਾਰਾਂ ਵਿੱਚ ਸਭ ਤੋਂ ਅਹਿਮ ਸੰਸਕਾਰ ਆਨੰਦ ਸੰਸਕਾਰ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਪਹਿਲੇ ਜਿਵੇਂ ਕਿਹਾ 4 ਲਾਵਾਂ ਮਨੁੱਖ ਨੂੰ ਅਧਿਆਤਮਿਕਤਾ ਰਾਹੀਂ ਪਰਮਾਤਮਾ ਨਾਲ ਮਿਲਾਪ ਦੇ 4 ਪੜਾਅ ਨੇ। ਪਰ ਅਸੀਂ ਜਦੋਂ ਜ਼ਿੰਦਗੀ ਦੇ ਵਿੱਚ ਅਗਰ ਰੂਹਾਨੀਅਤ ਲਿਆ ਕੇ ਅਗਰ ਉਸ ਨੂੰ ਅਮਲ ਕਰੀਏ ਤਾਂ ਉਹ ਜੀਵਨ ਕਹਿੰਦੇ ਨੇ ਕਿ ਬੜਾ ਸਫਲ ਹੋ ਜਾਂਦਾ ਹੈ। ਹੁਣ ਆਨੰਦ ਕਾਰਜ ਦਾ ਜਿਹੜਾ ਮੁੱਖ ਭਾਗ ਹੈ ਉਹ 4 ਲਾਵਾਂ ਨੇ। ਲਾਮ ਜਿਹੜਾ ਹੈ ਇਹ ਸੰਸਕ੍ਰਿਤ ਦੇ ਸ਼ਬਦ ਲੂ ਤੋਂ ਆਇਆ ਹੈ। ਇਹਦਾ ਮਤਲਬ ਹੁੰਦਾ ਕਿ breaking away from the bond of material world to the spiritual world, ਕਿ ਦੁਨਿਆਵੀ ਕਾਰ ਵਿਹਾਰ ਨੂੰ ਛੱਡ ਕੇ ਅਧਿਆਤਮਿਕਤਾ ਨਾਲ ਜੁੜਨਾ, ਇੱਕ ਤੋਂ ਟੁੱਟ ਕੇ ਦੂਸਰੇ ਨਾਲ ਜੁੜਨਾ। ਔਰ ਇਸ ਦੇ ਨਾਲ ਸੰਸਕ੍ਰਿਤ ਦੇ ਵਿੱਚ ਇੱਕ ਦੂਸਰਾ ਮਤਲਬ ਵੇਚਦਾ ਹੈ, ਉਹ ਹੈ ਕਿ ਲਾਮ ਦਾ ਇੱਕ ਹੋਰ ਅਰਥ ਹੈ ਉਹ ਇਹ ਵੀ ਹੈ ਕਿ ਜੋੜਨ ਵਾਲੀ ਜਾਂ ਸੰਬੰਧਾਂ ਨੂੰ ਵਿਸਥਾਰ ਕਰਨ ਵਾਲੀ ਸੰਸਥਾ। ਜਦੋਂ 2 ਪਰਿਵਾਰ ਜੁੜਦੇ ਨੇ ਤੇ ਸੰਬੰਧਾਂ ਦਾ ਵਿਸਥਾਰ ਵੀ ਹੁੰਦਾ ਹੈ। ਜਾਂ ਜਦੋਂ ਬੰਦਾ ਪਰਮਾਤਮਾ ਨਾਲ ਮਿਲ ਜਾਂਦਾ ਹੈ, ਜੇ ਮੈਂ ਇਹਨੂੰ ਰੂਹਾਨੀਅਤ ਦੀ ਤੌਰ ਤੇ ਦੇਖਾਂ ਤੇ ਉਸ ਨੂੰ ਸਭ ਆਪਣੇ ਲੱਗਦੇ ਨੇ, ਉਹ ਸਾਰੀ ਦੁਨੀਆ ਦਾ ਇੱਕ ਪਰਿਵਾਰ ਨੂੰ ਲੱਗਦਾ ਹੈ। ਤਾਂ ਇੱਕ ਲਾਮ ਦਾ ਮਤਲਬ ਇਹ ਵੀ ਹੈ ਕਿ ਸੰਬੰਧਾਂ ਦਾ ਵਿਸਥਾਰ, ਜੋੜਨ ਵਾਲੀ ਸੰਸਥਾ ਦਾ ਵਿਸਥਾਰ। ਤਾਂ ਇਸ ਤਰ੍ਹਾਂ ਲਾਵਾਂ ਜਿਹੜੀਆਂ ਨੇ ਇਹ ਸੰਜੋਗ ਦੀ ਬਾਣੀ ਹੈ, ਸੂਹੀ ਰਾਗ ਦੇ ਵਿੱਚ ਹੈ। ਸੂਹੀ ਜਿਹੜਾ ਇਹਨੂੰ ਇਹ ਲਾਲ ਰੰਗ ਨੂੰ ਕਿਹਾ ਜਾਂਦਾ ਹੈ। ਲਾਲ ਰੰਗ ਨੂੰ ਸ਼ੁਭ ਮੰਨਿਆ ਗਿਆ ਹੈ ਭਾਰਤੀ ਪਰੰਪਰਾ ਦੇ ਵਿੱਚ, ਖੁਸ਼ੀ ਦਾ ਪ੍ਰਤੀਕ ਹੈ। ਔਰ ਇਸ ਤਰ੍ਹਾਂ ਸੂਹੀ ਰਾਗ ਮਿਲਾਪ ਦਾ ਰਾਗ ਬਣ ਗਿਆ। ਆਨੰਦ ਸੰਸਕਾਰ
ਸਮਾਜਿਕ ਸੰਸਕਾਰ ਤੇ ਸਮਾਜਿਕ ਰੀਤੀਆਂ ਨੂੰ ਜੋ ਹੈ ਉਹ ਅਧਿਆਤਮਿਕਤਾ ਰਾਹੀਂ ਮਨੁੱਖ ਨੂੰ ਅਪਣਾਉਣ ਦੀ ਗੱਲ ਕਰਦਾ ਹੈ। ਸਮਾਜਿਕ ਤੇ ਧਾਰਮਿਕ ਸੋਚ ਇਕੱਠੀ ਹੋ ਜਾਏ ਤੇ ਚੰਗੇ ਮਨੁੱਖ, ਚੰਗੇ ਪਰਿਵਾਰ, ਚੰਗਾ ਸਮਾਜ ਜਿਹੜਾ ਉਹ ਮਿਲ ਜਾਂਦਾ ਹੈ, ਉਹਦੀ ਸਿਰਜਣਾ ਹੋ ਜਾਂਦੀ ਹੈ। ਔਰ ਗੁਰਬਾਣੀ ਦੇ ਵਿੱਚ ਕਿਤਨੀ ਖੂਬਸੂਰਤ ਫਰਮਾਨ ਹੈ, ਇਹਦਾ ਪਹਿਲੇ ਵੀ ਜ਼ਿਕਰ ਹੋਇਆ ਹੈ। ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਸਾਡੀ ਜ਼ਿੰਦਗੀ ਦੇ ਵਿੱਚ ਰੂਹਾਨੀਅਤ ਲਗਭਗ ਖਤਮ ਹੋ ਚੁੱਕੀ ਹੈ। ਇਸ ਲਈ ਇਹ ਜਿਹੜੀ ਖਾਸ ਗੁਰਬਾਣੀ ਦੀ ਲਾਈਨ ਹੈ, ਜਿਹੜੇ ਇਸ ਲਾਈਨ ਦੇ ਵਿੱਚ ਜਿਹੜੀ ਰੂਹਾਨੀਅਤ ਕਿਵੇਂ ਦੱਸੀ ਗਈ ਹੈ, ਗੁਰੂ ਸਾਹਿਬ ਨੇ ਦੱਸੀ ਹੈ। ਸਾਰੇ ਮਨੁੱਖੀ ਰਿਸ਼ਤੇ ਜਿਹੜੇ ਨੇ ਉਹ ਡਿਕਲਾਈਨ ਤੇ ਨੇ। तो गुरबाणी ਦੇ ਵਿੱਚ ਹਸਬੈਂਡ ਤੇ ਵਾਈਫ ਇੱਕ ਦੂਸਰੇ ਬਿਨਾ ਅਧੂਰੇ ਨੇ। ਮਨੁੱਖੀ ਰਿਸ਼ਤਿਆਂ ਦਾ ਆਧਾਰ स्पिरिचुअल या अध्यात्मक होना चाहिए। जो रिश्ते सदीवी बनाने ने तो उन्होंने रूहानियत लाजमी है। कबीर साहब ने कही है ना गल, कबीर जो ग्रह कर तो धर्म कर, ना ही तो कर बैराग। भाई जे तू गृहस्थ जीवन अपनाना है तो फिर धर्म मैंने की है, धर्म रूहानियत है, धर्म स्पिरिचुअलिटी है, धर्म अध्यात्मकता है। तो एक जोत दो मूर्ति, ये पत्नी पति पत्नी योग्यता का नाम है। गुरमत विच गृहस्थ धर्म नूं प्रधान आख्या गया है। स्त्री बिना धर्म की कल्पना ही नहीं की जा सकती। सानू गुरु साहब ने ऐसा फलसफा दिता है। परमात्मा ने स्त्री नूं सृजनात्मक जिहड़ी शक्ति दिती है, संतान माध्यम वजों करतारी पदवी, इनू दैवी पदवी भी कहते हैं। इतना मान दिता है स्त्री नूं गुरु साहब ने। भाई गुरदास कहते हैं, लोक वेद गुण ज्ञान विच अर्ध शरीरी मोख द्वारी, कि लोकां दे विचार विच अते वेदां दे ज्ञान विच अर्ध शरीरी भाव स्त्री मुक्ति का द्वार है। बिना स्त्री दे मनुख नूं मुक्ति भी नहीं मिलनी। इतना वड्डा रुतबा दिता है। तो जिहड़ी ये बाणी दी लाइन है, धन पिरे ना आखियां बहन इकट्ठे होए, एक जोत दोई मूर्ति, धन पिर कईए सोए। इहदे विच जिहड़ी एक जोत है, जिहड़ा शब्द है वो रूहानियत है। ते मूर्ति जिहड़ा है, एक जोत दोई मूर्ति, मूर्ति जिहड़ी ये दुनियावी रिश्तियां दा प्रतीक है। तो रूहानियत अपने दुनियावी रिश्तियां दे विच जिहड़ी है वो रूहानियत लियानी है। तो गुरु ग्रंथ साहिब विच जिहड़ियां ये चार लावां ने, ये चार कमिटमेंट्स ने जिहड़ियां सानू कह रही हैं कि ना सिर्फ अपनी पत्नी नूं बल्कि पूरी स्त्री जात दी रखिया करनी है, उसनूं आदर देना है, उसका धर्म ते अंग बन जाना है। तो ये साडा अज दा विषय कि आनंद कारज जीवन संदेश या जीवन शैली या वे ऑफ लाइफ एक बहुत मनुख दी जिंदगी दा अहम एक संस्कार है। इस विषय नूं करन लई साडे विच डॉक्टर सवराज सिंह सी। सवराज सिंह जी हैगे, पहले भी ये 2 लैक्चर कर चुके ने। मैं पहले भी दस्या कि सारी उम्र लगभग 40-42 साल ये अमेरिका दे विच डॉक्टर रहे, हुण ये इंडिया आ गए ने पटियाला विच। और धर्म दी, गुरु ग्रंथ साहिब दी, गुरमत दी डॉक्टर साहब नूं बहुत समझ है। और इंटरनेशनली फेम ने कि वर्ल्ड दे वड्डे वड्डे जिहड़े जिहड़े मैगजीन ने उन्हां ते ये राजनीतिक भी, समाजिक भी और धार्मिक भी इन्हां दे लेख लिखे जांदे ने। मैं डॉक्टर सवराज सिंह जी नूं बेनती करांगा कि अज दा इस विषय बारे अपने विचार प्रगट करो। डॉक्टर साहब। वाहिगुरू जी का खालसा, वाहिगुरू जी की फतेह। अज का जो विषय है वो आनंद कारज जीवन शैली, आनंद कारज दी मैसेज ऑफ लाइफ ये है। एक ਇਹਦਾ सब हैडिंग भी है कि गुरु ग्रंथ साहब अनुसार परिवारक कलह तो खुशहाली तक का संकल्प। बिल्डिंग फ्रैक्चर्ड रिलेशंस फ्रॉम
मैं थोड़ा जिहा पहला ये रिश्तिਆਂ ਜਿਹੜੀ बैकग्राउंड च जा रहा पिछोकड़ थोड़ा जिहा कि अजकल रिश्तिਆਂ ਦੀ समस्या कित्थों उपज रही है। तो एक जिहड़ी चीज़ है कि असी मनुखी रिश्तिਆਂ ਦਾ जो है वस्तुकरण मंडीकरण ਅਤੇ ਵਪਾਰੀਕਰਨ ਕਰ ਦਿੱਤਾ ਹੈ। ਜੇ ਅੰਗਰੇਜ਼ੀ ਚ ਕਹੀਏ ਕਿ ਹਿਊਮਨ ਰਿਲੇਸ਼ਨਸ ਦਾ ਕੋਮੋਡਿਟਾਈਜੇਸ਼ਨ ਮਾਰਕੀਟਾਈਜੇਸ਼ਨ ਤੇ ਕਮਰਸ਼ੀਅਲਾਈਜੇਸ਼ਨ ਅਸੀਂ ਕਰਤਾ ਹੈ। तो ਇਸੇ ਤਰ੍ਹਾਂ ਜਿਹੜੇ ਸਾਡੇ ਸਮਾਜਿਕ ਰਿਸ਼ਤਿਆਂ ਦਾ ਜਿਹੜਾ ਤਾਣਾ ਬਾਣਾ ਹੈਗਾ ਉਹ ਵੀ ਬਹੁਤ ਕਮਜ਼ੋਰ ਹੋ ਗਿਆ। ਔਰ ਇਹਨਾਂ ਦੋਵਾਂ ਚੀਜ਼ਾਂ ਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਕਿ ਜਿਹੜਾ ਜੀਵਨ ਦਾ ਸਪਿਰਿਚੁਅਲ ਐਸਪੈਕਟ ਜਾਂ रूहानी पक्ष है वो लगभग खत्म हो गया ਜਾਂ बहुत कमजोर हो चुका है। ਤੇ सिर्फ ਜਿਹੜਾ जीवन है ਜੇ ਅਸੀਂ मोटे तौर ਤੇ देखिए तो ਜਿਹੜਾ पदार्थ तक मटीरियल एस्पेक्ट तक ही सीमित हो गया। एक चीज होर है कि सानू गुरु साहब ने ਜਿਹੜਾ ਇਹ संदेश ਦਿੱਤਾ ਸੀਗਾ कि एथिक्स और इकोनॉमिक्स ਦੇ ਵਿੱਚ ਜਿਹੜੀ इक्वेशन हैगी अर्थात आर्थिकता ते नैतिकता दे जिहड़े समीकरण ने जां सौखे शब्दां च कह लीए कि धर्म और पैसे का जिहड़ा रिश्ता है इहदे विच असीं धर्म नूं उपर रखना है। ते इह जिहड़ा गुरु साहब ने सानूं कहा कि जिहड़ा असल दे विच जिहड़ा है सृष्टि जे चल रही है तो वो धर्म दे सिर ते चल रही है। धौल धर्म दया का पूत संतोख ताप रखिया जन सूत। तो ये जिहड़ा धौला बल्द जिहड़ा है जिहदे दो सिंगां ते जे मिस्टिकल जिहड़ा बुल है उहदे दो सिंगां ते जिहड़ी धरती जे स्थिर है स्टेबल है तो वो सिंह जिहड़े दया ते धर्म ने। तो एथिक्स नूं ज़ाहिर है कि गुरु साहब जिहड़े ने वो एथिक्स नैतिकता जां धर्म नूं जिहड़ा हैगा जीवन का आधार मनदे आ। तो हुण जिहड़ा मॉडर्न कंज्यूमर जिहड़ी जां कैपिटलिस्ट कल्चर उहने ये जिहड़ी हज़ारां सालां दा मनुख दा तजर्बा सीगा कि इन्हां दोनां दे विच जिहड़ा एथिक्स नूं जिहड़ा इकोनॉमिक्स तो उपर रखना है, नैतिकता नूं धर्म जिहड़ा आर्थिकता तो उपर रखना है और धर्म नूं पैसे तो उपर रखना है। ये उन्होंने हज़ारां सालां दा जो साडा तजर्बा सीगा वो पुठा करता हैगा। तो ये एक बहुत वड्डी समस्या हैगी है जिहड़े जिहदे नाल साडे रिश्ते जिहड़े आ वो उन्हां दे विच जो तनाव पैदा हो रहा डिस्कॉर्ड पैदा हो रहा कलह पैदा हो रही है। तो एक चीज़ जिहड़ी हैगी आपां अगर देखिए कि जिहड़ी समाज दी जिहड़ी सब तो मुढ़ली इकाई है सब तो बेसिक यूनिट है वो परिवार है। और जिहड़ा परिवार दा आधार जिहड़ा है औरत ਅਤੇ मर्द का रिश्ता जिहड़ा जां पति पत्नी का रिश्ता ये बनाउंदा है। इसलिए जिहड़ा समाज का सब तो बुनियादी रिश्ता ते सब रिश्तियां का आधार जो है वो ये पति पत्नी जां औरत मर्द का रिश्ता है। तो ये कहना शायद अतकथनी नहीं होएगी। तो श्री गुरु ग्रंथ साहब दे विच जिहड़ा ये रिश्ता है इहदा जो आधार है उसनूं जिहड़ा रूहानी मन्निया गया है। ते जिहड़ा इस आधार का जिहड़ा मुख पक्ष है वो रूहानी या स्पिरिचुअल है। जिवें प्रिंसीपल साहब ने भी जिहड़ा वो भी सानूं जिहड़ा बड़ी अच्छी तरह समझाया है कि धन पिरे न आखियन बैन कट्टे होए एक जोत दोई मूर्ति धनपुर कई अस होए। तो ये साडे तो गुरु साहब कह रहे हैं कि पति पत्नी कहाण दे काबिल ही नहीं है जे एक इन्हां दे रिश्तियां दे विच स्पिरिचुअल डायमेंशन या रूहानी पक्ष विकसित नहीं हुंदा ते रिश्ते जिहड़े सिर्फ जिस्मानी तक सीमित हो जाते जिस्मानी रिश्ते तक सीमित हो जाते तो वो मतलब धन पिरे ना आखियन फिर वो असल दे विच पति पत्नी कहाण दे काबिल ही नहीं है। लेकिन हुण जिहड़ा ये साडा जिहड़ा ये संकल्प है वो तो ये मनदा है कि औरत और मर्द का जिहड़ा रिश्ता है वो रूहानी है। लेकिन जिहड़ा हुण पश्चिमी सरमाएदारी या वैसटर्न कैपिटलिज्म का जिहड़ा रिश्ता हैगा ਉਹਦੇ ਵਿੱਚ ਉਹ ਇਹਨੂੰ ਇੱਕ ਵੂਮਨ ਲਿਬਰੇਸ਼ਨ ਦੇ ਨਾਂ ਤੇ ਨਾਰੀ ਮੁਕਤੀ ਦੇ ਨਾਂ ਤੇ ਅਸਲ ਦੇ ਵਿੱਚ ਜਿਹੜਾ ਹੈਗਾ
ਉਹ ਔਰਤ ਨੂੰ ਮਰਦ ਦੇ ਵਿਰੁੱਧ ਖੜਾ ਕਰਨ ਦਾ ਯਤਨ ਕਰ ਰਹੇ ਨੇ। ਆ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਸੀਗਾ ਕਿ ਮੀ ਟੂ ਮੂਵਮੈਂਟ ਇਹ ਅਮਰੀਕਾ ਤੋਂ ਚੱਲੀ, ਫਿਰ ਇੱਥੇ ਆਈ, ਤੇ ਬੜੀਆਂ ਜਿਹੜੀਆਂ ਸਮਾਜ ਦੀਆਂ ਐਕਟਰਸਾਂ ਤੇ ਹੋਰ ਜਿਹੜੀਆਂ ਅਮੀਰ ਔਰਤਾਂ ਤੱਕ ਸੀਮਤ ਰਹਿ ਗਈ। ਸਾਡੇ ਸਮਾਜ 'ਚ ਇਹਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ, ਪਰ ਇਹ ਇੱਕ ਤਰ੍ਹਾਂ ਮਤਲਬ ਇਹ ਮੂਵਮੈਂਟ ਹੀ ਸਾਰੀ ਜਿਹੜੀ ਸੀ ਕਿ ਔਰਤਾਂ ਨੂੰ ਮਰਦ ਦੇ ਵਿਰੁੱਧ ਖੜਾ ਕਰਨ ਦੀ ਸੀਗੀ। ਤੋ ਇਹ ਜਿਹੜੀ ਹੈ ਕਿ ਰੁਚੀ ਜੇ ਕਿ ਔਰਤ ਨੂੰ ਮਰਦ ਦੇ ਵਿਰੁੱਧ ਖੜਾ ਕਰਨਾ, ਇਹਨੂੰ ਅਸੀਂ ਨਾਰੀ ਮੁਕਤੀ ਨਹੀਂ ਕਹਿ ਸਕਦੇ, ਵੂਮਨ ਲਿਬਰੇਸ਼ਨ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਜਿਹੜਾ ਸਾਡਾ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਦਾ ਕਿ ਔਰਤ ਔਰ ਮਰਦ ਇੱਕ ਦੂਜੇ ਦੇ ਵਿਰੋਧੀ ਨਹੀਂ ਕੁਦਰਤ ਨੇ ਬਣਾਏ, ਇੱਕ ਦੂਜੇ ਦੇ ਪੂਰਕ ਬਣਾਏ ਹੈ, ਜਿਹਨੂੰ ਅੰਗਰੇਜ਼ੀ 'ਚ ਕੰਪਲੀਮੈਂਟਰੀ ਕਿਹਾ ਜਾਂਦਾ। तो ਜਿਹੜੀ औरत है और मर्द है दोनों मिलकर एक इकाई बनते हैं। तो मर्द तो बिना औरत अधूरी है, औरत तो बिना मर्द अधूरा है। तो असल ਦੇ ਵਿੱਚ ਦੋਨਾਂ ਨੂੰ ਇੱਕ ਦੂਜੇ ਵਿਰੁੱਧ ਖੜਾ ਕਰਨ ਨਾਲੋਂ ਸਮਾਜ ਦੀ ਜਿਹੜੀ ਬਿਹਤਰੀ ਹੈ ਉਹ ਇਸ ਦੇ ਵਿੱਚ ਹੈ ਕਿ ਦੋਨੋਂ ਮਿਲ ਕੇ ਸਮਾਜ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕਰਨ। ਇਹ ਕੁਦਰਤੀ ਗੱਲ ਹੈ। तो ਇਹ ਜਿਹੜੇ ਕੁਦਰਤ ਦੇ ਵਿੱਚ ਜਿਹੜੇ ਕੰਪਲੀਮੈਂਟਰੀ ਜਾਂ ਪੂਰਕ ਰਿਸ਼ਤੇ ਨੇ ਇਹ ਇਸ ਤਰ੍ਹਾਂ ਦੇ ਨੇ ਜਿਵੇਂ ਦਿਨ ਅਤੇ ਰਾਤ ਦਾ ਰਿਸ਼ਤਾ ਹੈ, ਠੰਡ ਤੇ ਗਰਮੀ ਦਾ ਜਿਹੜਾ ਰਿਸ਼ਤਾ ਹੈ। ਇਹਦੀ ਜਿਹੜੀ ਉਦਾਹਰਣ ਜਿਹੜੀ ਹੈ ਪੂਰਕ ਰਿਸ਼ਤਿਆਂ ਦੇ ਗੁਰਬਾਣੀ ਦੇ ਵਿੱਚ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ ਕਿ ਕਿਸ ਤਰ੍ਹਾਂ ਇਹ ਇੱਕ ਦੂਜੇ ਦੇ ਕੰਪਲੀਮੈਂਟਰੀ ਨੇ, ਇੱਕ ਦੂਜੇ ਦੇ ਪੂਰਕ ਨੇ। दिन में रैन में दिनियर ओशन शीत विद सोई। तो ये जिहड़ा हैगा कि जिहड़े जिस तरह दिन ते रात एक दूजे दे पूरक ने, ठंड ते गर्मी एक दूजे दे पूरक ने, इस तरह ही जिहड़ा औरत ते मर्द भी जिहड़े है एक दूजे दे पूरक ने। तो ये सानू समझण वाली जिहड़े बुनियादी गल्लां ने साडे जिहड़े इस औरत ते मर्द दे रिश्ते ते पहली गल कि ये रिश्ता मुख्य तौर ते ये स्पिरिचुअल है, रूहानी है। दूसरा है कि रिश्ता जिहड़ा हैगा एक दूजे दा पूरक है, कंप्लीमेंटरी है, आपस विरोधी नहीं है। तो हुण ये जिहड़े कॉन्सैप्ट ने असी जिहड़ा जिहनूं आपां लावां जिद्दां कह रहे हैं आनंद कारज है, लावां दी गल है। तो बहुत सोहना प्रिंसीपल साहब ने समझाया कि लावां दे जिहड़े उन्होंने बड़े अर्थ दसे ने विस्तार नाल। ते लावां दा जिहड़ा सब तो जिहड़ा सौखा जिहा अर्थ कह लईए तो फेरे ही है, लावां दा मतलब फेरे। लेकिन ये लावां जिहड़ियां असल दे विच जिहड़ा है आत्मा ते परमात्मा दा मिलाप करवांदियां, परंतु असीं इन्हां दा मनुखीकरण करके पति पत्नी दा जिहड़ा रिश्ता संपन्न करन लई असीं लागू कर रहे हां। सो लावां वाहिगुरु पति ਅਤੇ जीव इस्त्री ਦਾ ਮਿਲਾਪ ਕਰਵਾਉਂਦੀਆਂ। ਇਹ ਚਾਰ ਲਾਵਾਂ ਹਨ ਜਿਹੜੀਆਂ, तो ਇਹ ਚਾਰ ਲਾਵਾਂ ਅਸਲ ਦੇ ਵਿੱਚ ਉਸ ਮਿਲਾਪ ਬਾਹਰ ਬੈ ਕੇ ਸੁਣੋ, ਇੱਥੇ ਥੋੜਾ ਸੁਣਿਆ। ਇਸ ਚਾਰ ਲਾਵਾਂ ਜਿਹੜੀਆਂ ਨੇ ਇਸ ਮਿਲਾਪ ਦੇ ਚਾਰ ਪੜਾਅ ਹਨ। तो ਪਹਿਲੀ ਜਿਹੜੀ ਲਾਮ ਹੈ ਇਸ ਨੂੰ ਅਸੀਂ ਪ੍ਰਵਿਰਤੀ ਕਹਿ ਸਕਦੇ ਹਾਂ। ਪ੍ਰਵਿਰਤੀ ਜਿਹੜਾ ਮੁੱਖ ਇਹਦੇ ਹਰ ਇੱਕ ਲਾਮ ਦੇ ਵਿੱਚ ਇੱਕ ਪੱਖ ਜਿਹੜਾ ਉਹ ਮੁੱਖ ਪੱਖ ਹੈ। तो ਪਹਿਲੇ ਲਾਮ ਦੇ ਵਿੱਚ ਜਿਹੜਾ ਪ੍ਰਵਿਰਤੀ ਦਾ ਮਤਲਬ ਪ੍ਰਵੇਸ਼ ਹੈ, ਨਿਰਵਿਰਤੀ ਤੋਂ ਪ੍ਰਵਿਰਤੀ। तो ਦ੍ਰਿਸ਼ ਧਰਮ ਹੋਵੇ ਜਾਂ ਅਧਿਆਤਮ ਹੋਵੇ, तो ਪਹਿਲਾ ਜਿਹੜਾ ਮਾਰਗ ਤੇ ਉਸ ਤੇ ਆਣਾ ਜਿਹੜਾ ਹੈਗਾ, ਪ੍ਰਵੇਸ਼ ਕਰਨਾ ਜਿਹੜਾ ਇਹ ਪਹਿਲੀ ਲਾਮ ਪ੍ਰਵਿਰਤੀ ਹੈ। ਜਿਹੜੀ ਦੂਸਰੀ ਜਿਹੜੀ ਲਾਮ ਹੈ ਉਹਦਾ ਮੁੱਖ ਜਿਹੜਾ ਪੱਖ ਹੈ ਉਹਨੂੰ ਅਸੀਂ ਡਰ ਜਾਂ ਡਿਸਿਪਲਿਨ ਜਿਹੜਾ ਅਨੁਸ਼ਾਸਨ ਕਹਿ ਸਕਦੇ ਹਾਂ। ਕਿ ਕਿਸੇ ਵੀ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਇੱਕ ਡਿਸਿਪਲਿਨ ਜਿਹੜਾ ਹੈਗਾ, ਅਨੁਸ਼ਾਸਨ ਉਹਦਾ ਬਹੁਤ ਜ਼ਰੂਰੀ ਹੈ। ਹੁਣ ਜੇ ਤੀਸਰੀ ਜਿਹੜੀ ਲਾਮ ਹੈ ਇਹਦਾ ਜਿਹੜਾ ਮੁੱਖ ਹੈ ਉਹ ਪੱਖ ਜਿਹੜਾ ਵਿਰਾਗ ਜਾਂ ਪ੍ਰੇਮ ਹੈ। ਕਿ ਜਿਹੜੇ ਪਿਛਲੇ ਰਿਸ਼ਤੇ ਜਿਹੜੇ ਹੈ ਉਸ ਤੋਂ ਨਵੇਂ ਰਿਸ਼ਤੇ ਜਿਹੜੇ ਬਣਾਉਣਾ, ਜਿਹੜੇ ਇਹ ਤੀਸਰੀ ਲਾਮ ਜਿਹੜੀ ਉਹਦਾ ਮੁੱਖ ਜਿਹੜਾ ਪੱਖ ਅਸੀਂ ਕਹਿ ਸਕਦੇ ਹਾਂ। ਜਿਹੜੀ ਚੌਥੇ ਜਿਹੜੀ ਲਾਮ ਹੈ ਉਹਦਾ ਜਿਹੜਾ ਮੁੱਖ ਪੱਖ ਹੈ ਉਹ
ਜਿਹੜਾ ਭਟਕਣ ਛੱਡ ਕੇ ਜਿਹਦਾ ਸਹਿਜ ਹੈ, ਸਹਿਜ ਕਿ ਇਹ ਸਾਡਾ ਜਿਹੜਾ ਹੈਗਾ ਅਸਲ ਦੇ ਵਿੱਚ ਜਿਹੜੀ ਸਹਿਜ ਹੈ, ਇਹ ਸਾਡਾ ਐਂਡ ਰਿਜ਼ਲਟ ਜਾਂ ਜਿਹਦਾ ਜਿੱਥੇ ਸਾਡੇ ਕੋਈ ਚੀਜ਼ ਸੰਪੰਨ ਹੁੰਦੀ ਹੈਗੀ, ਜਿਸ ਰਿਸ਼ਤਾ ਜਿਹੜਾ ਹੈ ਤਾਂ ਉਹ ਸਹਿਜ ਦਾ ਆਉਣਾ ਹੈ, ਭਟਕਣ ਛੱਡ ਕੇ ਮੁਕੰਮਲ ਜਿਹੜਾ ਟਿਕਾਅ ਵੱਲ ਜਿਹੜਾ ਪਹੁੰਚਣਾ ਜਿਹੜਾ ਹੈਗਾ, ਇਹ ਜਿਹੜਾ ਅਲਟੀਮੇਟ ਜਿਹੜਾ ਸਾਡਾ ਜਿਹੜਾ ਗੋਲ ਹੈ। ਤੇ ਇਹ ਜਿਹੜਾ ਹੈ ਇਹ ਚੌਥੇ ਜਿਹੜਾ ਲਾਮ ਦੇ ਵਿੱਚ ਆਉਂਦਾ ਹੈ। ਤੋ ਜੇ ਅਸੀਂ ਹੁਣ ਇਹ ਲਾਮ ਦੇ ਪੂਰਾ ਪੜ੍ਹੀਏ ਕਿ ਹਰ ਪਹਿਲੜੀ ਲਾਓ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦਿਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ, ਸਤਗੁਰ ਗੁਰ ਪੂਰਾ ਅਰਾਧੋ ਸਭ ਕਿਲ ਬਿਖ ਪਾਪ ਗਵਾਇਆ, ਸਹਿਜ ਆਨੰਦ ਹੁਆ ਵਡ ਭਾਗੇ ਮਨ ਹਰ ਹਰ ਮਿੱਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੇ ਆਰੰਭ ਕਾਜ ਰਚਾਇਆ। ਤੋ ਚਾਹੇ ਪਰਮਾਰਥ ਹੈ ਚਾਹੇ ਗ੍ਰਸਥ ਹੈ, ਪਹਿਲੀ ਜਿਹੜੀ ਅਵਸਥਾ ਹੈ ਜਾਂ ਪਹਿਲਾ ਪੜਾਅ ਉਹ ਨਿਰਵਿਰਤੀ ਛੱਡ ਕੇ ਪ੍ਰਵਿਰਤੀ ਜਿਹੜੀ ਸਿਖਾਈ ਗਈ ਹੈ। ਇਹੀ ਪਰਮਾਰਥ ਹੈ, ਇਹੀ ਗ੍ਰਸਥ ਦੇ ਵਿੱਚ ਹੈ ਕਿ ਜੋੜੇ ਦਾ ਵਿਆਹ ਗ੍ਰਸਥ ਦੇ ਵਿੱਚ ਜਿਹੜਾ ਪ੍ਰਵੇਸ਼ ਹੋਣਾ ਹੈਗਾ, ਇਹ ਪਹਿਲੀ ਪੌੜੀ ਹੈ। ਹੁਣ ਜਿਹੜੀ ਦੂਸਰੀ ਜਿਹੜੀ ਲਾਭ ਹੈ, ਔਰ ਦੂਜਰੀ ਲਾਭ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਨਿਰਭਉ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਜ਼ੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਭਰਪੂਰੇ, ਅੰਤਰ ਬਾਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ, ਜਾਂ ਨਾਨਕ ਦੂਜੀ ਲਾਭ ਚਲਾਏ ਅਨਹਦ ਸ਼ਬਦ ਵਜਾਏ। ਹੁਣ ਇਹਦੇ ਵਿੱਚ ਜਿਹੜਾ ਜਿੱਥੇ ਡਿਸਿਪਲਿਨ ਹੈ, ਪਰ ਹੋਰ ਦੇਖੋ ਬਹੁਤ ਹੀ ਖੂਬਸੂਰਤ ਦੋ ਸਾਨੂੰ ਹੋਰ ਵੀ ਕਨਸੈਪਟ ਦੇਖਣ ਨੂੰ ਮਿਲਦੇ ਆ। ਇਹ ਬਹੁਤ ਹੀ ਮੈਨੂੰ ਮਤਲਬ ਇਸ ਤੋਂ ਮੈਂ ਪ੍ਰਭਾਵਿਤ ਹੋਇਆ ਕਿ ਦੇਖੋ ਨਿਰਭਉ ਦਾ ਭੈ, ਤਾਂ ਇਹ ਬਿਲਕੁਲ ਇੱਕ ਜਿਹੜੀ ਬਹੁਤ ਹੀ ਹਾਈ ਜਿਹੜਾ ਪੱਧਰ ਦਾ ਉੱਚ ਪੱਧਰ ਦਾ ਫੀਅਰਲੈਸ ਫੀਅਰ ਕਿ ਨਿਰਭਉ ਭੈ, ਤੇ ਇੱਕ ਜਿਹੜਾ ਪਰਮਾਤਮਾ ਦਾ ਜਿਹੜਾ ਫੀਅਰ ਹੈ, ਇਹ ਗੁਰਬਾਣੀ ਦੇ ਵਿੱਚ ਜਿਹੜਾ ਬੜਾ ਇਹ ਸੰਕਲਪ ਆਉਂਦਾ ਹੈਗਾ ਕਿ ਪਰਮਾਤਮਾ ਦਾ ਫੀਅਰ ਹੈ, ਜਿਹੜਾ ਨਿਰਭਉ ਪਰਮਾਤਮਾ ਹੈ, ਨਿਰਭਉ ਦਾ ਜਿਹੜਾ ਫੀਅਰ ਹੈ ਉਹ ਤੁਹਾਨੂੰ ਮਤਲਬ ਫੀਅਰਲੈਸ ਬਣਾਉਂਦਾ ਹੈਗਾ। ਉਹ ਤੁਹਾਨੂੰ ਮਤਲਬ ਜਿੱਦਾਂ ਗੁਰਬਾਣੀ ਚ ਵੀ ਇਹਨਾਂ ਡੱਡਾ ਡਰ ਉਪਜੇ ਡਰ ਜਾਏ, ਤੇ ਜਦੋਂ ਹਿਰਦੇ ਵਿੱਚ ਸਾਡੇ ਡਰ ਦੀ ਜਿਹੜੀ ਜਗ੍ਹਾ ਹੈਗੀ, ਜਾਂ ਤਾਂ ਅਸੀਂ ਪਰਮਾਤਮਾ ਦਾ ਡਰ ਉੱਥੇ ਵਸਾ ਸਕਦੇ ਹਾਂ ਜਾਂ ਦੁਨਿਆਵੀ ਡਰ ਵਸਾ ਸਕਦੇ ਹਾਂ। ਤਾਂ ਦੋ ਡਰ ਸਾਡੇ ਹਿਰਦੇ ਚ ਰਹਿ ਨਹੀਂ ਸਕਦੇ। ਤਾਂ ਡੱਡਾ ਡਰ ਉਪਜੇ ਡਰ ਜਾਏ, ਇੱਥੇ ਜਿਹੜਾ ਡਰ ਉਪਜੇ ਦਾ ਮਤਲਬ ਜਿਹਦੇ ਪਰਮਾਤਮਾ ਦਾ ਜਿਹੜਾ ਡਰ ਹੈ, ਨਿਰਭਉ ਦਾ ਅਗਰ ਡਰ ਉਪਜ ਗਿਆ ਹੈ, ਤਾਂ ਫਿਰ ਦੂਜੇ ਡਰ ਜਿਹੜੇ ਦੁਨਿਆਵੀ ਡਰ ਹੈ ਉਹਨਾਂ ਦੀ ਜਗ੍ਹਾ ਦਿਲ ਤੁਹਾਡੇ ਹਿਰਦੇ ਚ ਨਹੀਂ ਬਚਦੀ। ਤੋ ਇਹ ਜਿਹੜਾ ਹੈਗਾ ਬਹੁਤ ਹੀ ਵਧੀਆ ਜਿਹੜਾ ਕਨਸੈਪਟ ਹੈ ਨਿਰਭਉ ਦਾ ਭਾਉ ਦਾ ਜਿਹੜਾ, ਔਰ ਅੱਜ ਦੇ ਮਨੁੱਖ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਕਿ ਜਿਹੜਾ ਜੇ ਅਸੀਂ ਕਹਿ ਲਈਏ ਫੀਅਰ ਐਂਗਜ਼ਾਇਟੀ ਤੇ ਇਨਸਿਕਿਉਰਿਟੀ ਜਿਹੜੀਆਂ ਇਹ ਚੀਜ਼ਾਂ ਨੇ, ਤਾਂ ਇਹ ਡੱਡਾ ਡਰ ਉਪਜੇ ਡਰ ਜਾਈ ਦਾ ਜਿਹੜਾ ਸੰਕਲਪ ਬਹੁਤ ਹੀ ਅੱਜ ਦੇ ਮਨੁੱਖ ਲਈ ਜਿਹੜਾ ਬੜਾ ਸਾਰਥਕ ਹੈਗਾ। ਔਰ ਫਿਰ ਜਿਹੜਾ ਹੈਗਾ ਇੱਕ ਹੋਰ ਵਧੀਆ ਜਿਹੜਾ ਸੰਕਲਪ ਇਹਦੇ ਚ ਹੈਗਾ ਕਿ ਨਿਰਮਲ ਭੈ, ਤੇ ਅੰਗਰੇਜ਼ੀ ਚ ਇਹਨੂੰ ਅਸੀਂ ਕਹਿ ਸਕਦੇ ਇਮੈਕੂਲੇਟ ਫੀਅਰ। ਤਾਂ ਇਹ ਜਿਹੜਾ ਨਿਰਮਲ ਜ਼ਾਹਰ ਹੈ ਕਿ ਇਹ ਵੀ ਮੈਲ ਤੋਂ ਰਹਿਤ ਜਿਹੜਾ ਹੈ, ਇਮੈਕੂਲੇਟ ਜਿਹੜਾ, ਤਾਂ ਇਹ ਵੀ ਜਿਹੜਾ ਵੀ ਅਸੀਂ ਭੈ ਉਸ ਦਾ ਕਰਨਾ ਹੈ ਜਿਹੜਾ ਮੈਲ ਤੋਂ ਰਹਿਤ। ਤਾਂ ਇਹ ਮੈਨੂੰ ਬਹੁਤ ਹੀ ਦੋ ਜਿਹੜੇ ਨੇ ਵਧੀਆ ਜਿਹੜੇ ਸੰਕਲਪ ਇਹ ਦੂਸਰੀ ਲਾਮ ਦੇ ਵਿੱਚ ਲੱਗਦੇ ਨੇ। ਤਾਂ ਫਿਰ ਅਸੀਂ ਤੀਜੀ ਤੇ ਜਾਂਦੇ ਹਾਂ। ਹਰ ਤੀਜੜੀ ਲਾਭ ਮਨ ਚਾਓ ਪਿਆ ਬੈਰਾਗਿਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ ਹਰ ਧੁਨ ਉਪਜੀ ਹਰ, ਜਪਿਏ ਮਸਤਕ ਭਾਗ ਜੀਓ, ਜਾਂ ਨਾਨਕ ਬੋਲੇ ਤੀਜੇ ਲਾਭ, ਹਰ ਉਪਜੇ ਮਨ ਬੈਰਾਗ ਜੀਓ। तो वैराग ਦਾ ਕੀ ਮਤਲਬ ਹੈ? ਰਾਗ ਤੋਂ ਬਿਨਾ, ਵਿਦਆਊਟ ਅਟੈਚਮੈਂਟ। तो ਆਪਾਂ ਜਿੱਦਾਂ ਰਾਗ ਔਰ ਦਵੇਸ਼ ਜਿਹੜਾ ਬੰਦਾ ਉਹਦੇ ਚੱਕਰ ਚ ਫੜਿਆ ਹੈ। ਰਾਗ ਦਾ ਮਤਲਬ ਅਟੈਚਮੈਂਟ ਹੈ ਤੇ ਦਵੇਸ਼ ਦਾ ਮਤਲਬ ਪਰੇ ਕਿਸੇ ਨੂੰ ਤੱਕਣਾ, ਇੱਕ ਅਟੈਚ ਹੋਣਾ, ਜੁੜਨਾ, ਮਤਲਬ ਜੁੜਨਾ, ਜਿਹਦਾ ਜੁੜਨਾ ਇਹ
ਅੱਛਾ ਜੁੜਨਾ ਨਹੀਂ ਹੈ। ਜਿਹੜਾ ਰਾਗ ਜਿਹੜਾ ਔਰ ਪ੍ਰੇਮ ਦੇ ਵਿੱਚ ਇਹ ਫਰਕ ਹੈਗਾ ਕਿ ਰਾਗ ਮੋਹ ਵਾਲਾ ਜਿਹੜੀ ਅਟੈਚਮੈਂਟ ਤੇ ਜਿਹੜਾ ਯੂਨਿਟੀ ਜਿਹੜੀ ਹੈ ਉਹ ਪ੍ਰੇਮ ਨਾਲ ਹੁੰਦੀ, ਯੂਨਾਈਟ ਜਿਹੜਾ। ਤੇ ਇਹ ਮਤਲਬ ਜਿਹੜਾ ਵਿਰਾਗ ਦਾ ਮਤਲਬ ਹੈ ਰਾਗ ਤੋਂ ਰਹਿਣ ਬਿਨਾ, ਅਰਥਾਤ ਵਿਦਆਊਟ ਅਟੈਚਮੈਂਟ, ਜਿਹੜਾ ਮੋਹ ਤੋਂ ਬਿਨਾ। ਤੋ ਜਿਵੇਂ ਜਿਸ ਦੀ ਦੁਨੀਆ ਨਾਲ ਜਿਹੜੀ ਅਟੈਚਮੈਂਟ ਖਤਮ ਹੁੰਦੀ ਹੈ ਤੇ ਉਹਦਾ ਜਿਹੜਾ ਪਰਮਾਤਮਾ ਨਾਲ ਪਿਆਰ ਸ਼ੁਰੂ ਹੁੰਦਾ ਹੈ। ਇਹ ਜਿਹੜਾ ਸਾਨੂੰ ਮਤਲਬ ਦੱਸਿਆ ਕਿ ਇਸੇ ਤਰ੍ਹਾਂ ਜਿਹੜਾ ਹੈ, ਜਿਸ ਤਰ੍ਹਾਂ ਇੱਕ ਔਰਤ ਨੇ ਜਿਹੜਾ ਆਪਣਾ ਪੇਕਿਆਂ ਨਾਲ ਜਿਹੜੀ ਹੁਣ ਉਹਦੀ ਅਟੈਚਮੈਂਟ ਉਹਦੀ ਥਾਂ ਤੇ ਜਿਹੜੀ ਹੈ ਹੁਣ ਉਸ ਦੇ ਨਵੇਂ ਰਿਸ਼ਤਿਆਂ ਵੱਲ ਜਿਹੜੀ ਉਹਦੀ ਜਿਹੜਾ ਜੋੜ ਹੋ ਰਿਹਾ ਹੈਗਾ। ਤੋ ਇੱਕ ਤਰ੍ਹਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਵਿਰਾਗ ਦੀ ਥਾਂ ਸਾਨੂੰ ਪ੍ਰੇਮ ਦਾ ਜਿਹੜਾ ਹੈਗਾ, ਕਿਉਂਕਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਰਿਸ਼ਤਾ ਹੈਗਾ ਔਰਤ ਔਰ ਮਰਦ ਦਾ ਉਹ ਸਪਿਰਿਚੁਅਲ ਹੈ। ਸਪਿਰਿਚੁਅਲ ਲਵ ਜਿਹੜਾ ਪ੍ਰੇਮ ਜਿਹੜਾ ਹੈਗਾ ਉਹ ਸਪਿਰਿਚੁਅਲ ਦਾ ਜਿਹੜਾ ਮੁੱਖ ਜਿਹੜਾ ਪੱਖ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਕਿ ਸਾਚ ਕਹੂੰ ਸੁਣ ਲੈ ਹੈ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਪ੍ਰੇਮ ਤੋਂ ਜੇ ਆਪਾਂ ਕਹਿ ਲਈਏ ਕਿ ਤੀਜੇ ਲਾਭ ਦੇ ਵਿੱਚ ਜਿਹੜਾ ਹੈ ਮੋਹ ਛੱਡ ਕੇ ਪ੍ਰੇਮ ਵੱਲ ਜਾਣ ਦਾ ਸੰਦੇਸ਼ ਹੈ, ਤੋ ਇਹ ਵੀ ਸ਼ਾਇਦ ਜਿਹੜੀ ਅਤਕਥਨੀ ਨਹੀਂ ਹੋਏਗੀ। ਤੋ ਇਸ ਦਾ ਜਿਹੜਾ ਹੈ ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਟੈਂਡੇ ਲੱਗ ਗਈ। ਤੋ ਜਿਹੜੇ ਮਤਲਬ ਇੱਕ ਤਰ੍ਹਾਂ ਇਹ ਵੀ ਹੈ ਕਿ ਜਿਹੜੇ ਪਹਿਲੇ ਜਿਹੜੇ ਰਿਸ਼ਤੇ ਸੀਗੇ ਉਹ ਮਤਲਬ ਜਿਹੜੇ ਉਹ ਕੁੜਾਵੇ ਸੀਗੇ ਜਾਂ ਝੂਠੇ ਸੀਗੇ, ਹੁਣ ਅਸਲੀ ਰਿਸ਼ਤਾ ਬਣਿਆ। ਤੋ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਮਤਲਬ ਇਹਦੀ ਜਿਹੜੀ ਸਿਮਲੀ ਜਾਂ ਮੈਟਾਫੋਰ ਹੈਗਾ ਕਿ ਮਤਲਬ ਜਿਹੜੇ ਤੁਹਾਡੇ ਇੱਥੇ, ਕਿਉਂਕਿ ਗੱਲ ਤਾਂ ਅਸੀਂ ਬਾਰ-ਬਾਰ ਉੱਥੇ ਲਿਆਉਂਦੇ ਹਾਂ ਨਾ ਕਿ ਲਾਵਾਂ ਦਾ ਮਤਲਬ ਜਿਹੜਾ ਸੀਗਾ ਉਹ ਆਤਮਾ ਔਰ ਪਰਮਾਤਮਾ ਦਾ ਮਿਲਾਪ ਹੈ। ਤੋ ਇਸ ਕਰਕੇ ਜਿਹੜਾ ਇੱਥੇ ਜਿਹੜੇ ਦੁਨਿਆਵੀ ਰਿਸ਼ਤੇ ਨੇ ਉਹਨੂੰ ਮੋਹ ਜਾਂ ਕੂੜੇ ਰਿਸ਼ਤੇ ਕਿਹਾ ਗਿਆ। ਕੁੜਾਵੇ ਅਸਲੀ ਜਿਹੜਾ ਸੱਚਾ ਰਿਸ਼ਤਾ ਜਿਹੜਾ ਹੈਗਾ ਜਿਹੜਾ ਉਹ ਪਰਮਾਤਮਾ ਨਾਲ ਜਿਹੜਾ ਹੈਗਾ ਉਹ ਪ੍ਰੇਮ ਦਾ ਰਿਸ਼ਤਾ ਹੈਗਾ। ਤੋ ਇਹ ਅਗਰ ਅਸੀਂ ਕਹਿ ਲਈਏ ਕਿ ਤੀਜੇ ਲਾਮ ਦੇ ਵਿੱਚ ਮੋਹ ਤੋਂ ਪ੍ਰੇਮ ਵੱਲ ਜਾਣ ਦਾ ਜਿਹੜਾ ਸੰਦੇਸ਼ ਹੈ ਤਾਂ ਸ਼ਾਇਦ ਉਹ ਵੀ ਅਤਕਥਨੀ ਨਹੀਂ ਹੋਏਗੀ। ਹੁਣ ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜਿਉ, ਗੁਰਮੁਖ ਮਿਲਿਆ ਸੁਭਾਏ ਹਰ, ਮਨ ਤਨ ਮੀਠਾ ਲਾਇਆ ਬਲਰਾਮ ਜਿਉ, ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਆਂਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੇ ਵਧਾਈ, ਹਰ ਪ੍ਰਭ ਠਾਕਰ ਕਾਜ ਰਚਾਇਆ, ਧਨ ਹਿਰਦੇ ਨਾਮ ਵਿਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸ਼ੀ। ਹੁਣ ਇੱਥੇ ਮਤਲਬ ਜਿਹੜਾ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਜਿਹੜੀ ਚੌਥੀ ਲਾਭ ਹੈਗੀ ਹੈ ਇਹਦਾ ਜਿਹੜਾ ਮੁੱਖ ਪੱਖ ਸਹਿਜ ਹੈ। ਸਹਿਜ ਔਰ ਸਹਿਜ ਦਾ ਜਿਹੜਾ ਹੈ ਮੁਕੰਮਲ ਸੰਤੁਲਨ ਅਤੇ ਟਿਕਾ ਦੀ ਅਵਸਥਾ ਹੈ, ਜਿੱਥੇ ਤੁਹਾਡੀ ਹਰ ਤਰ੍ਹਾਂ ਦੀ ਭਟਕਣ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਤੋ ਗੁਰਬਾਣੀ ਦੇ ਵਿੱਚ ਜਿਹੜਾ ਸਹਿਜ ਜਿਹੜਾ ਉਹ ਅਸੀਂ ਸਹਿਜ ਤੋਂ ਹੀ ਜਿਹੜਾ ਹੈ ਆਨੰਦ ਉਪਜਦਾ। ਜਦੋਂ ਸਹਿਜ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਫਿਰ ਜਿਹੜਾ ਹੈ ਆਨੰਦ ਦੀ ਅਵਸਥਾ ਹੈ। ਤੇ ਹੁਣ ਆਪਾਂ ਇਹ ਦੇਖੀਏ ਕਿ ਆਨੰਦ ਜਿਹੜਾ ਹੈਗਾ ਇਹ ਦੁੱਖ ਤੇ ਸੁੱਖ ਨਾਲੋਂ ਆਨੰਦ ਵੱਖਰਾ ਹੈਗਾ, ਕਿਉਂਕਿ ਜਿਹੜਾ ਸੁੱਖ ਤੇ ਦੁੱਖ ਇਹ ਇਕੱਠੇ ਚੱਲਦੇ ਨੇ, ਪੈਕੇਜ ਜਿਸ ਤਰ੍ਹਾਂ ਡੀਲ ਹੈਗੀ ਹੈ। ਜਿੱਥੇ ਸੁੱਖ ਆਏਗਾ ਤੇ ਉਹਦਾ ਦੁੱਖ ਦਾ ਵੀ ਆਣਾ ਜਿਹੜਾ ਹੈ ਉਹ ਲਾਜ਼ਮੀ ਹੈ ਕਿ ਇਹਦਾ ਆਪੋਜ਼ਿਟ ਹੈ। ਸੁੱਖ ਦਾ ਜਿਹੜਾ ਦੁੱਖ ਆਪੋਜ਼ਿਟ ਹੈ। ਤੋ ਇਹ ਜਿਹੜਾ ਹੈ ਗੁਰਬਾਣੀ ਚ, ਲੇਕਿਨ ਜਿਹੜਾ ਆਨੰਦ ਹੈ ਉਹਦਾ ਕੋਈ ਆਪੋਜ਼ਿਟ ਨਹੀਂ ਹੈ। ਤੋ ਜਦੋਂ ਅਸੀਂ ਸਿਰਫ ਸੁੱਖਾਂ ਦੀ ਭਾਲ ਜਾਂ ਕੰਫਰਟ ਦਾ ਦੇਖਦੇ ਹਾਂ ਤਾਂ ਉਹਦਾ ਸਾਨੂੰ ਫਿਰ ਜਦੋਂ ਸੁੱਖ ਭਾਲਦੇ ਹਾਂ ਤਾਂ ਸਾਨੂੰ ਦੁੱਖ ਲਈ ਵੀ ਤਿਆਰ ਰਹਿਣਾ ਚਾਹੀਦਾ। ਤੇ ਲੇਕਿਨ ਜਦੋਂ ਅਸੀਂ ਆਨੰਦ ਦੇ ਇਸ ਅਵਸਥਾ ਚਲੇ ਜਾਂਦੇ ਹਾਂ ਤੇ ਉਹਦਾ ਕੋਈ ਆਪੋਜ਼ਿਟ ਨਹੀਂ ਹੈ। ਉਹਦਾ ਫਿਰ ਸਾਨੂੰ ਜਿਹੜਾ ਆਨੰਦ ਹੀ ਆਨੰਦ ਹੈ। ਸਗੋਂ ਗੁਰਬਾਣੀ ਤਾਂ ਉਸ ਤੋਂ ਵੀ ਸਾਨੂੰ ਜੇ ਕਹੀਏ ਤਾਂ ਉੱਪਰਲੀ ਅਵਸਥਾ ਜੀਵਨ ਜੀਣ ਦਾ ਜਿਹੜਾ ਸੰਦੇਸ਼ ਹੈ ਕਿ ਵਿਸਮਾਦ ਹੈ ਜਿਹੜਾ, ਕਿ ਉਹ ਆਨੰਦ ਦੀ ਵੀ ਜਿਹੜੀ ਇਹੋ ਜਿਹੀ ਅਵਸਥਾ ਹੈਗੀ ਹੈ ਤਾਂ ਆਨੰਦ, ਲੇਕਿਨ ਉਹ ਅਵਸਥਾ ਜਿਹੜਾ ਕਿ ਵੰਡਰਸ ਜਾਏ, ਜਿਹੜਾ ਹੈਰਾਨ ਕਰਨ ਵਾਲਾ, ਕਿ ਜਿਹੜਾ ਅਸੀਂ ਡਿਸਕ੍ਰਾਈਬ ਹੀ ਸਾਡੀ ਕਲਪਨਾ ਤੋਂ ਵੀ ਉੱਪਰ ਦਾ ਜਿਹੜਾ ਆਨੰਦ ਦੀ ਅਵਸਥਾ ਕਹਿ ਲਈਏ। ਤੋ ਗੁਰਬਾਣੀ ਜਿਹੜੀ ਹੈ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਜੇ ਅਸੀਂ ਆਪਣੀ ਜਿਹੜੀ ਸਹਿਜ ਉਦੋਂ ਹੀ ਹੈ ਬੰਦਾ ਦਾ ਜਦੋਂ ਆਪਣੀ ਪੂਰਨ ਜਿਹੜੀ ਕੁਦਰਤੀ ਜਿਹੜੀ ਅਵਸਥਾ ਦੇ ਵਿੱਚ ਹੈ, ਨੇਚਰ ਦੇ ਨਾਲ ਪੂਰੀ ਹਾਰਮਨੀ ਦੇ ਵਿੱਚ ਹੈ।
तो ये जिहड़ी है तुसीं देखो कि कित्थे जिहड़ा हैगा अज दा जिहड़ा मनुख जदों ਜਿਹੜਾ ਭਟਕਣ ਦੇ ਵਿੱਚ ਹੈ, ਕੁਦਰਤ ਤੋਂ ਟੁੱਟਿਆ ਹੈ, ਤੇ ਕਿਸ ਤਰ੍ਹਾਂ ਉਹ ਸੁੱਖ ਦੁੱਖ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਫਸਿਆ ਹੋਇਆ ਹੈ, ਤੇ ਕਿੱਥੇ ਜਿਹੜੀ ਗੁਰਬਾਣੀ ਹੈ ਉਹ ਸਾਨੂੰ ਇਹ ਸਾਡਾ ਮਾਰਗਦਰਸ਼ਨ ਕਰ ਰਹੀ ਹੈ ਕਿ ਅਸੀਂ ਆਨੰਦ ਤੋਂ ਵੀ ਉੱਪਰ ਜਾ ਸਕਦੇ ਹਾਂ, ਕਿ ਵਿਸਮਾਦੀ ਜੀਵਨ ਜਿਹੜਾ ਮਨੁੱਖ ਦਾ ਹੋ ਸਕਦਾ ਹੈ, ਕਿ ਹੋ ਤਾਂ ਹੀ ਸਕਦਾ ਹੈ ਕਿ ਜਦੋਂ ਉਹ ਕੁਦਰਤ ਨਾਲੋਂ ਟੁੱਟਣ ਦੀ ਬਜਾਏ ਕੁਦਰਤ ਦੇ ਨਾਲ ਜਿਹੜਾ ਹੈ ਹਾਰਮਨੀ ਦੇ ਵਿੱਚ ਜਿਹੜਾ ਹੈ ਇਕਸੁਰਤਾ ਦੇ ਵਿੱਚ ਹੈ। ਤਾਂ ਸਹਿਜ ਜਿਹੜੀ ਹੈ ਇਹ ਅਵਸਥਾ ਹੈਗੀ ਕਿ ਇਹਦੇ ਵਿੱਚ ਇਸਨੂੰ ਆਪਾਂ ਜਿਹੜਾ ਇੱਥੇ ਲਿਵ ਲਫ਼ਜ਼ ਆਇਆ, ਲਿਵ ਦਾ ਮਤਲਬ ਜਿਹੜਾ ਉਹ ਵੀ ਜਾਂ ਫੋਕਸਿੰਗ ਹੈ ਜਾਂ ਟਿਕਾ ਹੈ, ਤੇ ਇਹਦਾ ਜਿਹੜਾ ਆਪੋ ਜਿਹੜਾ ਹੈਗਾ ਅਸੀਂ ਇਹ ਗੁਰਬਾਣੀ ਦੇ ਵਿੱਚ ਜਿਹੜੇ ਲਿਵ ਤੇ ਧਾਤ ਦੋ ਲਫ਼ਜ਼ ਜਿਹੜੇ ਉਹ ਆਉਂਦੇ ਨੇ। ਧਾਤ ਜਿਹੜਾ ਉਹ ਭਟਕਣ ਹੈ, ਤੋ ਧਾਤ ਜਿਹੜੀ ਉਹ ਮਤਲਬ ਜਿਹੜਾ ਅਸੀਂ ਜਿਹੜਾ ਜਿਹਨੂੰ ਅਸੀਂ ਕਹਿੰਦੇ ਜਦੋਂ ਆਪਣੇ ਮਨ ਦੀ ਜਿਹਦਾ ਗੱਲ ਮੰਨਦੇ ਹਾਂ, ਜਦੋਂ ਮਨਮੁਖ ਹਾਂ ਤੇ ਫਿਰ ਅਸੀਂ ਧਾਤ ਦੀ ਅਵਸਥਾ ਦੇ ਵਿੱਚ ਹਾਂ, ਭਟਕਣ ਦੇ ਵਿੱਚ ਹਾਂ। ਲੇਕਿਨ ਜਦੋਂ ਅਸੀਂ ਗੁਰਮੁਖ ਬਣ ਜਾਂਦੇ ਹਾਂ ਮਨਮੁਖ ਤੋਂ, ਜਿਹੜਾ ਕਿ ਜੇ ਮੇਰੀ ਛੋਟੀ ਜਿਹੀ ਸਮਝ ਅਨੁਸਾਰ ਜੇ ਅਸੀਂ ਇੱਕ ਫਿਕਰੇ ਦੇ ਵਿੱਚ ਇੱਕ ਸੈਂਟੈਂਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜੇ ਅਸੀਂ ਸੁਣਿਆ ਕਈ ਕੀ ਹੈ, ਤਾਂ ਘੱਟੋ ਘੱਟ ਮੇਰੀ ਛੋਟੀ ਜਿਹੀ ਬੁੱਧੀ ਅਨੁਸਾਰ ਮੈਂ ਇਹ ਕਹਾਂਗਾ ਕਿ ਮਨਮੁਖ ਤੋਂ ਗੁਰਮੁਖ ਬਣਨਾ, ਤੇ ਮਨਮੁਖ ਤੋਂ ਗੁਰਮੁਖ ਬਣਨਾ ਧਾਤ ਤੋਂ ਲਿਵ ਵੱਲ ਜਾਣਾ ਹੈ। ਤੋ ਇਹ ਭਟਕਣ ਤੋਂ ਸਹਿਜ ਵਿੱਚ ਜਾਣਾ ਹੈਗਾ। ਤੋ ਸਹਿਜ ਦੇ ਵਿੱਚ ਜਿਹੜਾ ਅਸੀਂ ਇਹਨੂੰ ਮਤਲਬ ਚੌਥੀ ਅਵਸਥਾ ਵੀ ਕਹਿੰਦੇ ਹਾਂ, ਕਿਉਂਕਿ ਜਿਹੜੀ ਤੁਰੀ ਅਵਸਥਾ ਵੀ ਕਹਿ ਦਿੰਦੇ ਹਾਂ ਕਿ ਜਿਹੜੇ ਤਿੰਨ ਗੁਣ ਨੇ ਰਜੋ ਤਮੋ ਸਤੋ, ਜਿੱਥੇ ਜਾ ਕੇ ਉਹ ਖਤਮ ਹੋ ਜਾਂਦੇ, ਉਸ ਤੋਂ ਉੱਪਰ ਅਸੀਂ ਟ੍ਰਾਂਸੈਂਡ ਕਰ ਜਾਂਦੇ ਹਾਂ, ਤਿੰਨ ਗੁਣਾਂ ਤੋਂ ਤ੍ਰੈ ਗੁਣ ਅਤੀਤ ਹੋ ਜਾਂਦੇ ਹਾਂ, ਤੇ ਫਿਰ ਅਸੀਂ ਜਿਹੜਾ ਸਹਿਜ ਦੇ ਵਿੱਚ ਜਾਂਦੇ ਹਾਂ। ਤੋ ਇਹ ਇੱਕ ਤਰ੍ਹਾਂ ਦਾ ਜਦ ਯੋਗ ਦੀ ਵੀ ਕਈ ਅੱਜ ਬੜੇ ਅਸੀਂ ਯੋਗ ਦੀ ਗੱਲ ਕਰ, ਯੋਗ ਦਾ ਮਤਲਬ ਵੀ ਜੁੜਨਾ ਹੈ। ਤਾਂ ਲੇਕਿਨ ਜਿਹੜਾ ਗੁਰਬਾਣੀ ਦਾ ਜਿਹੜਾ ਯੋਗ ਦਾ ਜਿਹੜਾ ਰਾਹ ਉਹ ਸਹਿਜ ਯੋਗ ਹੈ। ਜਿਹੜਾ ਦੂਸਰਾ ਕਈ ਵਾਰੀ ਜਿਹਨੂੰ ਹੱਠ ਯੋਗ ਕਹਿੰਦੇ ਹਾਂ ਅਸੀਂ, ਹੱਠ ਯੋਗ ਦੇ ਵਿੱਚ ਤੁਹਾਨੂੰ ਐਫਰਟ ਲਾਉਣਾ ਪੈਂਦਾ, ਯਤਨ ਕਰਨਾ ਪੈਂਦਾ। ਤੋ ਇਹ ਜਿਹੜਾ ਉਦਮ ਕਰਨਾ ਪੈਂਦਾ। ਲੇਕਿਨ ਜਿਹੜਾ ਸਹਿਜ ਯੋਗ ਹੈ ਇਹ ਆਪਣੇ ਆਪ ਜਿਹੜਾ ਹੈਗਾ, ਇਹਦੇ ਲਈ ਤੁਹਾਨੂੰ ਕੋਈ ਹੱਠ ਕਰਨ ਦੀ ਲੋੜ ਨਹੀਂ। ਇਹ ਬਸ ਤੁਸੀਂ ਜਦੋਂ ਪੂਰਨ ਮਤਲਬ ਕੁਦਰਤ ਦੇ ਨਾਲ ਜੁੜ ਜਾ, ਕੁਦਰਤੀ ਅਵਸਥਾ 'ਚ ਆਪਣੇ ਚਲੇ ਜਾਂਦੇ ਹੋ, ਚੌਥੀ ਅਵਸਥਾ, ਤੇ ਫਿਰ ਤੁਹਾਡਾ ਸਹਿਜ ਯੋਗ ਹੋ ਜਾਂਦਾ ਹੈ, ਤੇ ਤੁਸੀਂ ਫਿਰ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਜੁੜ ਜਾਂਦੇ ਹੋ। ਉਹ ਤੁਹਾਡਾ ਤੋ ਇੱਥੇ ਜਾ ਕੇ ਜਿਹੜਾ ਸਹਿਜ ਜਿਹੜਾ ਹੈ ਇਹ ਗੁਰਬਾਣੀ ਅਨੁਸਾਰ ਜਿਹੜੀ ਹੈਗੀ ਹੈ, ਇਹ ਜੀਵਨ ਦਾ ਜਿਹੜਾ ਆਖਰੀ ਜਿਹੜਾ ਪੜਾਅ ਹੈ, ਜਿੱਥੇ ਜਿਹੜਾ ਸਾਨੂੰ ਜਿਹੜਾ ਅਸੀਂ ਰੀਚ ਕਰਨਾ ਹੈਗਾ, ਅਸੀਂ ਸਹਿਜ ਦੀ ਅਵਸਥਾ ਜਾਣਾ ਹੈਗਾ। ਗੁਰਬਾਣੀ ਸਾਨੂੰ ਭਟਕਣ ਤੋਂ ਸਹਿਜ ਵੱਲ ਜਿਹੜੀ ਹੈ, ਕਿਉਂਕਿ ਮਨਮੁਖ ਦਾ ਭਟਕਣਾ ਔਰ ਗੁਰਮੁਖ ਦੀ ਜਿਹੜੀ ਸਹਿਜ ਹੈ, ਤੋ ਇੱਥੇ ਜਾ ਕੇ ਜਦੋਂ ਚੌਥੀ ਲਾਮ ਜਿਹੜੀ ਸਾਨੂੰ ਸਹਿਜ ਦੀ ਅਵਸਥਾ 'ਚ ਲਿਆਉਂਦੀ ਹੈ, ਤਾਂ ਉਹ ਜਿਹੜਾ ਹੈਗਾ ਉਹ ਜਿਹੜਾ ਹੈ ਉੱਥੇ ਆਨੰਦ ਕਾਰਜ ਜਿਹੜਾ ਸੰਪੰਨ ਹੋ ਜਾਂਦਾ ਹੈ। ਤੋ ਜਦੋਂ ਅਸੀਂ ਇਹ ਸਟੇਜ ਤੇ ਆਉਂਦੇ ਹਾਂ, ਤੇ ਫਿਰ ਜਿਹੜਾ ਹੈਗਾ ਅਸੀਂ ਕਹਿੰਦੇ ਹਾਂ ਕਿ ਇੱਕ ਤਰ੍ਹਾਂ ਜਿਹੜਾ ਇਹ ਸਿਰਫ ਜਿਹੜੀ ਸਹਿਜ ਦੀ ਜਿਹੜੀ ਅਵਸਥਾ ਹੈਗੀ, ਉਹ ਬੇਸ਼ੱਕ ਅਸੀਂ ਇਸ ਨੂੰ ਅੱਜ ਆਨੰਦ ਕਾਰਜ ਦੇ ਕੰਟੈਕਸਟ ਦੇ ਵਿੱਚ, ਸੰਦਰਭ ਦੇ ਵਿੱਚ ਦੇਖ ਰਹੇ ਹਾਂ, ਲੇਕਿਨ ਇਹ ਜਿਹੜੀ ਹੈ ਜੀਵਨ ਦਾ ਜਿਹੜਾ ਸਮੁੱਚਾ ਵੀ ਜਿਹੜਾ ਹੈਗਾ ਉਹਦਾ ਜਿਹੜਾ ਸਾਡਾ ਉਦੇਸ਼, ਸਾਡਾ ਜਿਹੜਾ ਜੇ ਗੋਲ ਕਹਿ ਲਓ, ਮੰਤਵ ਕਹਿ ਲਈਏ, ਤਾਂ ਇਹੀ ਹੈ ਕਿ ਜਿਹੜਾ ਸਹਿਜ ਦੇ ਵਿੱਚ ਜਾਣਾ। ਤਾਂ ਇਹ ਜਦੋਂ ਕੋਈ ਇਹ ਜਿਹੜਾ ਆਨੰਦ ਕਾਰਜ ਦੀ ਜਿਹੜੀ ਹੈਗੀ ਹੈ, ਜਦੋਂ ਸੰਪੰਨ ਹੁੰਦਾ ਹੈ, ਤਾਂ ਅਸੀਂ ਜਿਹੜਾ ਹੈਗਾ ਇਸ ਸਟੇਜ ਦੇ ਵਿੱਚ ਜਿਹੜੇ ਉਹ ਅਸੀਂ ਗੁਰਮੁਖ ਬਣ ਜਾਂਦੇ ਹਾਂ। ਇਹ ਗੁਰਬਾਣੀ ਦੇ ਵਿੱਚ ਇਹ ਵੀ ਸਾਨੂੰ ਦੱਸਿਆ ਕਿ ਜਦੋਂ ਇਹ ਵਿਆਹ ਦਾ ਜਿਹੜਾ ਕਾਰਜ ਜਿਹੜਾ ਹੈਗਾ ਸੰਪੰਨ ਹੁੰਦਾ, ਤੇ ਜਦੋਂ ਤੁਸੀਂ ਸਹਿਜ ਅਵਸਥਾ ਚਲੇ ਜਾਂਦੇ ਹੋ, ਤਾਂ ਫਿਰ ਤੁਸੀਂ ਗੁਰਮੁਖ ਬਣ ਜਾਂਦੇ ਹੋ। ਤਾਂ ਜੋ ਕਿ ਸਾਡਾ ਜਿਹੜਾ ਗੁਰਮੁਖ ਬਣਾਉਣਾ, ਜੋ ਸਾਡਾ ਇੱਕ ਸੁਨਿਆ ਹੈ ਸੰਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਤਾਂ ਇਹ ਲਾਵਾਂ ਦਾ ਜਿਹੜੀ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਹੈ ਕਿ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਲਾਵਾਂ ਜਿਹੜੀਆਂ ਨੇ ਇਹ ਆਤਮਾ ਔਰ ਪਰਮਾਤਮਾ ਦਾ ਮਿਲਾਪ ਹੈ। ਔਰ ਇਹ ਜਿਹੜਾ ਹੈ ਤੁਹਾਡਾ ਜਿਹੜਾ ਜਦੋਂ ਸਹਿਜ ਦੇ ਵਿੱਚ ਚਲੇ ਜਾਂਦੇ ਹੋ, ਤਾਂ ਇਹ ਮਿਲਾਪ ਦੀ ਜਿਹੜੀ ਅੰਤਮ ਅਵਸਥਾ ਹੈ, ਜਿਹੜਾ ਆਖਰੀ ਜਿਹੜਾ ਪੜਾਅ ਹੈ, ਜਿੱਥੇ ਜਾ ਕੇ ਤੁਸੀਂ ਆਪਣਾ ਤੁਹਾਡਾ ਜੀਵਨ ਮਨੋਰਥ ਜਿਹੜਾ ਉਹ ਸਫਲ ਹੋ ਜਾਂਦਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਜਿਹੜਾ ਹੈ
ਕਿ ਮਨੁੱਖ ਦੇ ਜੀਵਨ ਦਾ ਜਿਹੜਾ ਮਕਸਦ ਹੀ ਜਿਹੜਾ ਹੈ ਕਿ ਆਪਣਾ ਜਿਹੜਾ ਅਸਲੀਅਤ ਜਿਹੜਾ ਆਪਣਾ ਅਸਲੀ ਆਪਣੇ ਜਿਹੜਾ ਹੈ ਟਰੂ ਸੈਲਫ ਹੈ ਉਹਨੂੰ ਪਹਿਚਾਨਣਾ, ਕਿਉਂਕਿ ਟਰੂ ਸੈਲਫ ਸਾਡਾ ਉਹੀ ਹੈ ਜੋ ਬ੍ਰਹਮੰਡ ਸੋਈ ਪਿੰਡ ਹੈ, ਜੋ ਪਰਮਾਤਮਾ ਹੈ ਉਹੀ ਤੁਹਾਡਾ। तो ਜਿਹੜਾ ਆਪਣੇ ਸੈਲਫ ਨੂੰ ਜਿਹੜਾ ਪੂਰੀ ਤਰ੍ਹਾਂ ਰਿਅਲਾਈਜੇਸ਼ਨ ਹੈ, ਜਿਹੜੀ ਸੈਲਫ ਪੂਰੇ ਆਪਣੇ ਆਪ ਨੂੰ ਸਮਝ ਲੈਣਾ, ਜਿਹੜਾ ਕਿ ਸਹਿਜ ਅਵਸਥਾ 'ਚ ਸੰਭਵ ਹੈ, ਤਾਂ ਉਹ ਇੱਕ ਤੁਹਾਡੇ ਜੀਵਨ ਦੇ ਮਨੁੱਖੀ ਜੀਵਨ ਦੇ ਮਨੋਰਥ ਨੂੰ ਵੀ ਪੂਰਾ ਕਰਦਾ ਹੈ। तो ਹੁਣ ਮੈਂ ਕੁਛ ਜਿਹੜਾ ਹੈਗਾ ਇਹ ਗੱਲ ਕਰਨੀ ਚਾਹਾਂਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਅਸੀਂ ਸਾਡਾ ਜਿਹੜਾ ਸੰਕਲਪ ਤਾਂ ਇੰਨਾ ਪਵਿੱਤਰ ਹੈ, ਇੰਨਾ ਉੱਚ ਪੱਧਰੀ ਹੈ, ਲੇਕਿਨ ਜਿਹੜੀ ਸਾਡੀ ਪ੍ਰੈਕਟਿਸ ਹੈਗੀ ਹੈ, ਮੈਂ ਬੜੀ ਦੁੱਖ ਨਾਲ ਇਹ ਵੀ ਜਿਹੜਾ ਜ਼ਿਕਰ ਕਰਨਾ ਚਾਹਾਂਗਾ ਇਸ ਗੱਲ ਦਾ ਕਿ ਉਹ ਸਾਡੀ ਪ੍ਰੈਕਟਿਸ ਜਿਹੜੀ ਨਾ ਸਿਰਫ ਸਾਡੇ ਆਦਰਸ਼ ਤੋਂ ਦੂਰ ਹੈ, ਬਲਕਿ ਜੇ ਇਹ ਕਿਹਾ ਜਾਵੇ ਕਿ ਬਿਲਕੁਲ ਉਲਟ ਦਿਸ਼ਾ ਜਾ ਰਹੀ ਹੈ, ਤਾਂ ਸ਼ਾਇਦ ਇੱਕ ਹੈ ਤਾਂ ਬਹੁਤ ਕੌੜੀ ਗੱਲ, ਪਰ ਇਹ ਸੱਚਾਈ ਤੋਂ ਦੂਰ ਨਹੀਂ ਲੱਗਦੀ ਹੈ। ਇਹ ਪ੍ਰਿੰਸੀਪਲ ਸਾਹਿਬ ਵੀ ਜਾਣਦੇ ਨੇ ਕਿ ਇੱਕ ਵਾਰੀ ਜਿਹੜੇ ਹੈ ਇਹ ਜਿਹੜਾ ਆਨੰਦ ਕਾਰਜ ਵਾਲਾ ਜੇ ਕੋਈ ਸ਼ਾਰਟ ਟਰਮ ਕੋਰਸ ਔਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹਿੱਸਾ ਹੈ ਇਹ ਲੈਕਚਰ, ਤੋਂ ਸਾਡੇ ਇੱਕ ਸੁਪਰੀਮ ਕੋਰਟ ਦੇ ਜੱਜ ਵੀ ਇਹ ਜਿਹੜੇ ਹੈਗੇ ਉਹ ਲੈਕਚਰ ਜਿਹੜੇ ਅਟੈਂਡ ਕਰ ਰਹੇ ਸੀਗੇ, ਤਾਂ ਉਹਨਾਂ ਨੇ ਇੱਕ ਗੱਲ ਕਹੀ, ਉਹ ਕਹਿੰਦੇ ਕਿ ਤੁਹਾਡੇ ਜਿਹੜੇ ਆਦਰਸ਼ ਨੇ, ਤੁਹਾਡੇ ਅਸੂਲ ਨੇ, ਤੁਹਾਡਾ ਫਲਸਫਾ ਹੈ ਸਿੱਖ ਧਰਮ ਦਾ, ਉਹਦੇ ਵਿੱਚ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਸਪਿਰਿਚੁਅਲ ਜਿਹੜੀ ਯੂਨੀਅਨ ਹੈਗੀ, ਮੈਰਿਜ ਜਿਹੜੀ ਹੈ, ਜਿਹੜੀ ਚੀਜ਼ ਸਪਿਰਿਚੁਅਲ ਹੁੰਦੀ ਹੈ ਉਹ ਤਾਂ ਹਮੇਸ਼ਾ ਰਹਿਣ ਵਾਲੀ ਹੁੰਦੀ ਹੈ। ਪਰ ਉਹ ਕਹਿੰਦੇ ਕਿ ਮੈਨੂੰ ਇੰਨਾ ਦੁੱਖ ਹੁੰਦਾ ਹੈ ਕਿ ਮੇਰੇ ਕੋਲ ਜਿੰਨੇ ਕੇਸ ਨੇ ਡਾਈਵੋਰਸ ਦੇ, ਉਹ ਮੈਜੋਰਿਟੀ ਤਾਂ ਸਿੱਖਾਂ ਦੇ ਨੇ, ਤੇ ਫਿਰ ਜੇ ਤੁਸੀਂ ਸਪਿਰਿਚੁਅਲ ਯੂਨੀਅਨ ਮੰਨਦੇ ਉਹ ਤਾਂ ਫਿਰ ਡਾਈਵੋਰਸ ਤਾਂ ਤੁਹਾਡੇ ਹੋਣਾ ਹੀ ਨਹੀਂ ਚਾਹੀਦਾ। ਪਰ ਕੌੜੀ ਸੱਚਾਈ ਇਹ ਹੈ ਕਿ ਅਗਰ ਸਾਰੇ ਧਰਮਾਂ ਦੇ ਨਾਲੋਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਸਿੱਖਾਂ ਦੇ ਵਿੱਚ ਡਾਈਵੋਰਸ ਰੇਟ ਜ਼ਿਆਦਾ ਹੈ। ਔਰ ਅੱਜ ਮੈਂ ਇਸ ਤੋਂ ਪਹਿਲਾਂ ਇੱਕ ਜਿਹੜਾ ਹੈਗਾ ਇੱਕ ਫਗਵਾੜੇ ਦੇ ਕੋਲ ਦੁਮੇਲੀ ਹੈ, ਖਾਲਸਾ ਕਾਲਜ ਹੈ, ਉੱਥੇ ਇੱਕ ਸੈਮੀਨਾਰ ਜਿਹੜਾ ਉਹ ਵੀ ਮੈਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ। ਤੇ ਇਹ ਬੜਾ ਨੈਸ਼ਨਲ ਲੈਵਲ ਦਾ ਜਿਹੜਾ ਸੈਮੀਨਾਰ ਸੀ, ਨੈਸ਼ਨਲ ਕਮਿਸ਼ਨ ਔਨ ਵੂਮਨ ਔਰ ਪੰਜਾਬ ਯੂਨੀਵਰਸਿਟੀ ਨੇ ਜਿਹੜਾ ਹੈ ਦੋਵਾਂ ਨੇ ਮਿਲ ਕੇ ਕਰਾਇਆ। ਔਰ ਉਹਦਾ ਵਿਸ਼ਾ ਹੀ ਇਹ ਸੀਗਾ ਕਿ ਜਿਹੜਾ ਵੀ NRIs ਜਿਹੜੇ ਹੈ ਉਹਨਾਂ ਦੇ ਨੇ ਜਿਸ ਹੱਦ ਤੱਕ ਸਾਡੇ ਜਿਹੜੇ ਵਿਆਹ ਦੀ ਪ੍ਰਥਾ ਨੂੰ, ਜਿਹੜੀ ਮੈਰਿਜ ਦੀ ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ ਉਸ ਦਾ ਜਿਹੜਾ ਨਿਗਾਰ ਜਿਹੜਾ ਹੁਣ ਉਹ ਉਸ ਨੂੰ ਨਵੀਆਂ ਸਿਖਰਾਂ ਤੇ ਜਿਹੜਾ ਇਹ ਲੈ ਗਏ। ਤਾਂ ਬਹੁਤ ਪੱਖੀ ਉਹਦੇ ਚ ਇਹਦਾ ਐਨਾਲਿਸਿਸ ਹੈਗਾ। ਉਹਦੇ ਵਿੱਚ ਇੱਕ ਪੁਲਿਸ ਦੇ ਵੱਡੇ ਆਫੀਸਰ ਸੇ, ਉਹਨਾਂ ਨੇ ਵੀ ਦੱਸਿਆ ਕਿ ਕਿੱਦਾਂ ਕਾਨੂੰਨੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਉਹਦੇ ਵਿੱਚ ਵਕੀਲ ਵੀ ਸੀਗੇ, ਉਹਦੇ ਵਿੱਚ ਜਿਹੜੇ ਸੋਸ਼ਲ ਐਕਟਿਵਿਸਟ ਵੀ ਸੀ ਜਿਹੜੇ ਇਹਨਾਂ ਨਾਲ ਡੀਲ ਕਰ ਰਹੇ ਨੇ। ਤਾਂ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੀ ਇੱਕ ਪ੍ਰੋਫੈਸਰ ਜਿਨ੍ਹਾਂ ਦਾ ਇਹ ਵਿਸ਼ਾ ਹੈਗਾ ਉਹ ਵੀ ਆਏ। ਤੇ ਮੈਨੂੰ ਜਿਹੜਾ ਉਹਦੇ 'ਚ ਜਿਹੜਾ ਇਹਦਾ ਸਮਾਜਿਕ ਔਰ ਧਾਰਮਿਕ ਜਾਂ ਨੈਤਿਕ ਪੱਖ ਹੈ ਉਹਦੇ ਬਾਰੇ ਮੈਨੂੰ ਮਤਲਬ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ। ਤਾਂ ਇਹ ਜਿਹੜੀ ਕੌੜੀ ਸੱਚਾਈ ਜਿਹੜੀ ਹੈ ਆਪਾਂ, ਕਿਉਂਕਿ ਇਸ ਜਿਹੜਾ ਵਿਸ਼ਾ ਹੈ ਅੱਜ ਦਾ ਉਹਦੇ ਵਿੱਚ ਡਿਸਕੋਰਡ ਤੋਂ ਅਕਾਰਡ ਦੀ ਵੀ ਗੱਲ ਤੋਂ ਇੱਕ ਤਰ੍ਹਾਂ ਨਾਲ ਜਿਹੜੀ ਕਲਾ ਹੈ ਜਿਹੜੀ ਉਹਦੀ ਵੀ ਇਹ ਜਿਹੜੀ ਉਹ ਵੀ ਇਸ ਵਿਸ਼ੇ ਦਾ ਸਾਡਾ ਹਿੱਸਾ ਹੈਗਾ। ਤੋਂ ਭਾਵੇਂ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਰਿਹਾ ਕਿ ਮਤਲਬ ਜਿਹੜਾ ਕਿ ਜੋ ਅੱਗੇ ਹੀ ਅਸੀਂ ਜਿਹੜੀ ਹੈ ਪਹਿਲਾਂ ਹੀ ਅਸੀਂ ਆਪਣੇ ਆਦਰਸ਼ ਤੋਂ ਕਾਫੀ ਦੂਰ ਸੀਗੇ, ਲੇਕਿਨ ਹੁਣ ਆ ਜਿਹੜਾ ਜੋ ਕੁਝ ਪ੍ਰਵਾਸ ਨੇ ਕਰ ਦਿੱਤਾ ਹੈਗਾ ਉਹ ਤਾਂ ਮਤਲਬ ਸਿਰੇ ਹੱਦ ਹੀ ਹੋ ਗਈ ਹੈ। ਤੇ ਜਿਹੜਾ ਅਸੀਂ ਇਸ ਜਿਹੜਾ ਇਹਨੂੰ ਮਤਲਬ ਜਿਹੜਾ NRI ਵਿਆਹਾਂ ਨੂੰ ਅਸੀਂ ਵੀਜ਼ਾ ਵਿਆਹ ਕਹਿ ਸਕਦੇ। ਤਾਂ ਵੀਜ਼ਾ ਵਿਆਹ ਦੇ ਵਿੱਚ ਜਿਹੜਾ ਹੈਗਾ ਇਸ ਹੱਦ ਦਾ ਨਿਗਾਰ ਆ ਚੁੱਕਾ ਹੈਗਾ ਕਿ ਅਸੀਂ ਵੀਜ਼ਾ ਲੈਣ ਵਾਸਤੇ ਸਕੇ ਭੈਣ ਭਰਾਵਾਂ ਦਾ ਵਿਆਹ ਕਰਾ ਰਹੇ ਹਾਂ, ਅਸੀਂ ਪੁੱਤ ਤੇ ਪਿਓ ਧੀ ਦਾ ਕਰਾਇਆ, ਮਾਂ ਪੁੱਤ ਦਾ ਵਿਆਹ ਕਰਾਉਣਾ ਵੀ ਨਹੀਂ ਅਸੀਂ ਚੱਕਦੇ। ਤਾਂ ਜੋ ਵੀ ਇੱਕ ਪਵਿੱਤਰ ਰਿਸ਼ਤੇ ਦਾ ਜੋ ਅਸੀਂ ਧੱਜੀਆਂ ਉਡਾ ਰਹੇ ਹਾਂ, ਤਾਂ ਇਹ ਬਹੁਤ ਹੀ ਇਹ ਸਾਰੇ ਜਿਹੜੇ ਜਿੰਨੇ ਵੀ ਭਾਵੇਂ ਕਿ ਵੱਖ-ਵੱਖ ਜਿਹੜੇ ਡਿਸਿਪਲਿਨ ਦੇ ਲੋਕ ਸੀ, ਵੱਖ-ਵੱਖ ਮਤਲਬ ਜਿਹੜੇ ਪੇਸ਼ਿਆਂ ਦੇ ਵੱਖ-ਵੱਖ ਜਿਨ੍ਹਾਂ ਦੇ ਪਿਛੋਕੜ ਹੈ, ਔਰ ਸਾਰਿਆਂ ਨੇ ਇਹੀ ਚਿੰਤਾ ਜ਼ਾਹਰ ਕੀਤੀ ਉੱਥੇ ਕਿ ਇਹ ਜਿਹੜਾ ਹੈਗਾ ਬਹੁਤ ਜਿਹੜਾ ਇਹ ਖਤਰਨਾਕ ਰੁਝਾਨ ਹੈ ਕਿ ਜੋ ਸਾਡੇ
ਵਿਆਹਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਇਸ ਪ੍ਰਥਾ ਦੀ, ਤੋ ਜਿਹੜਾ ਹੈ ਤੋ ਇੱਕ ਦਿਨੋਂ ਦਿਨ ਇਹ ਜਿਹੜੀ ਹੈ ਕਿ ਇਹ ਨਹੀਂ ਕਿ ਇੱਥੇ ਮਤਲਬ ਚਲੋ ਜੀ ਬਹੁਤ ਦੇਖ ਲਿਆ ਸੀ, ਔਰ ਹੁਣ ਇਹ ਜਿਹੜਾ ਅੱਗੇ ਮਤਲਬ ਇਹ ਸੀਗਾ ਕਿ ਵੀਜ਼ਾ ਲੈਣ ਲਈ ਜਿਹੜੇ ਮਤਲਬ ਜਿਹੜੇ ਕਿ ਅਸੀਂ ਸਭ ਕੁਝ ਨਜ਼ਰ ਅੰਦਾਜ਼ ਕਰ ਰਹੇ ਸੀਗੇ, ਅਸੀਂ ਬੇਜੋੜ ਰਿਸ਼ਤੇ ਬਣਾ ਰਹੇ ਸੀਗੇ, ਅਸੀਂ ਜਿਹੜਾ ਹੈਗਾ ਨਾ ਕੋਈ ਇਹ ਦੇਖਦੇ ਸੀ ਕਿ ਉਮਰ ਦਾ ਕੀ ਫਰਕ ਹੈ ਉਹਦੇ ਚ, ਨਾ ਅਸੀਂ ਕੋਈ ਇਹ ਦੇਖਦੇ ਸੀ ਪੜ੍ਹਾਈ ਦਾ ਕੀ ਫਰਕ ਹੈ ਉਹ, ਤੇ ਨਾ ਅਸੀਂ ਮਤਲਬ ਇਹ ਦੇਖਦੇ ਸੀ ਕੁੜੀ ਕਿੰਨੀ ਸੋਹਣੀ ਹੈ ਤੇ ਮੁੰਡੇ ਦੀ ਸ਼ਕਲ, ਅਸੀਂ ਬਿਲਕੁਲ ਅੱਗੇ ਰਿਸ਼ਤੇ ਕਰਦੇ ਸੀਗੇ ਤੇ ਅਸੀਂ ਜਿਹੜਾ ਹੈਗਾ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਕੇ ਕਰਦੇ ਸੀਗੇ। ਲੇਕਿਨ ਹੁਣ ਅਸੀਂ ਵੀਜ਼ਾ ਲੈਣ ਵਾਸਤੇ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਕਰਤੀਆਂ ਜਾਂਦੀਆਂ ਤੇ ਉਹਦੇ ਨਾਲ ਫਿਰ ਜਿਹੜਾ ਐਂਡ ਰਿਜ਼ਲਟ ਬਹੁਤ ਮਾੜਾ ਨਿਕਲਦਾ ਹੈ। ਉਹਦੇ ਚ ਸ਼ਾਇਦ ਸਾਨੂੰ ਪਤਾ ਕਿ ਸਾਡਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇਹਨਾਂ ਤੋਂ ਫਿਰ ਘਰੇਲੂ ਉੱਥੋਂ ਡਾਈਵੋਰਸ ਇੰਨਾ ਵੱਧ ਗਿਆ ਕਿ ਸਾਡਾ ਜਿਹੜਾ ਜਿੱਥੇ ਸਾਡੇ ਸਭ ਤੋਂ ਜ਼ਿਆਦਾ ਅਸੀਂ ਜਾ ਰਹੇ ਹਾਂ ਉਹ ਕੈਨੇਡਾ ਦੇ ਵਿੱਚ ਜਿਹੜਾ 70% ਜਿਹੜੇ ਹੁਣ ਪੰਜਾਬੀ ਉੱਥੇ ਪ੍ਰਵਾਸ ਕਰ ਰਹੇ ਨੇ, ਤੇ ਉੱਥੇ ਜਿਹੜਾ ਇਹ ਘਰੇਲੂ ਹਿੰਸਾ ਉਪਜਦੀ ਹੈ ਜਿਹੜਾ ਔਰ ਡਾਈਵੋਰਸ ਹੋ ਰਿਹਾ, ਰਿਸ਼ਤੇ ਟੁੱਟਦੇ ਨੇ, ਤੇ ਮਤਲਬ ਡਾਈਵੋਰਸ ਰੇਟ ਜਿਹੜਾ ਹੈਗਾ ਪੰਜਾਬੀਆਂ ਦੇ ਵਿੱਚ ਜਿਹੜਾ ਹੈ ਉਹ ਕੁਝ ਲੋਕਾਂ ਦਾ ਇਹ ਪ੍ਰਭਾਵ ਹੈ ਕਿ ਗੋਰਿਆਂ ਨਾਲੋਂ ਵੀ ਉੱਥੇ ਦੇ ਜਿਹੜੇ ਵਾਈਟ ਪੀਪਲ ਉਹਨਾਂ ਨਾਲੋਂ ਵੀ ਸਾਡੇ ਜਿਹੜਾ ਜ਼ਿਆਦਾ ਵੱਧ ਗਿਆ ਹੈਗਾ। ਔਰ ਉਸ ਤੋਂ ਵੀ ਮਾੜੀ ਗੱਲ ਹੈ ਕਿ ਸਾਡੀ ਜਿਹੜੀ ਡੋਮੈਸਟਿਕ ਵਾਇਲੈਂਸ, ਜਿਹੜੀ ਘਰੇਲੂ ਹਿੰਸਾ, ਜਿਹੜੀ ਔਰਤਾਂ ਪ੍ਰਤੀ ਹਿੰਸਾ ਹੋ ਰਹੀ ਹੈ, ਉਹ ਅਸੀਂ ਸਾਰੇ ਰਿਕਾਰਡ ਤੋੜ ਦਿੱਤੇ ਹੈਗੇ ਕਿ ਸਾਡਾ ਜਿਹੜਾ ਹੈਗਾ ਇਹ ਜਿੰਨੇ ਕੈਨੇਡਾ ਦੇ ਵਿੱਚ ਪੁਲਿਸ ਕੋਲ ਦਰਜ ਨੇ ਕੇਸ, ਸਾਡੀ ਆਬਾਦੀ 2% ਹੈਗੀ ਪੰਜਾਬੀਆਂ ਦੀ, ਅਸੀਂ 7 ਲੱਖ ਹੈਗੇ 3.5 ਕਰੋੜ ਚੋਂ ਜਿਹੜੇ ਐਗਜ਼ੈਕਟਲੀ 2% ਬਣਦੇ ਆ, ਲੇਕਿਨ ਜਿੰਨੇ ਪੁਲਿਸ ਕੋਲ ਕੇਸ ਹੈਗੇ ਨੇ ਡੋਮੈਸਟਿਕ ਵਾਇਲੈਂਸ ਦੇ 80% ਤੋਂ ਜ਼ਿਆਦਾ ਪੰਜਾਬੀਆਂ ਦੇ ਆ। ਔਰ ਇਹ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਕਿ ਸਾਡੀ ਜਿਹੜੀ ਅਸੀਂ ਕਿੰਨੇ ਆਪਣੇ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ ਕਿ ਕਿੱਥੇ ਜਿੱਥੇ ਸਹਿਜ ਦੀ ਗੱਲ ਹੈ, ਕਿੱਥੇ ਜਿਹੜੀ ਹੈ ਕਿ ਆਨੰਦ ਦੀ ਗੱਲ ਹੈ, ਕਿ ਇਹ ਜਿਹੜਾ ਰਿਸ਼ਤਾ ਜਿਹੜੇ ਕਿੱਥੇ ਰੂਹਾਨੀਅਤ ਦੀ ਗੱਲ ਹੈ, ਔਰ ਕਿੱਥੇ ਸਾਡਾ ਜਿਹੜਾ ਇਹ ਅਸਲੀ ਜਿਹੜਾ ਜੋ ਅਸੀਂ ਉਹ ਸਾਡਾ ਸਿਧਾਂਤ ਹੈ ਔਰ ਸਾਡੇ ਅਮਲ ਦੇਖੋ ਕਿ ਕਿੰਨਾ ਕੁ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਸਿਧਾਂਤ ਔਰ ਅਮਲ 'ਚ ਫਰਕ ਹੈ। ਦੂਸਰੀ ਗੱਲ ਜਿਹੜੀ ਹੈਗੀ ਕਿ ਪੰਜਾਬ ਦੇ ਵਿੱਚ ਵੀ ਅਗਰ ਤੁਸੀਂ ਦੇਖੋ ਤੇ ਇੱਕ ਜਿਹੜੀ ਇਹ ਜਿਹੜੀ ਪ੍ਰੈਕਟਿਸ ਜਿਹੜੀ ਹੈ ਉਹ ਬਹੁਤ ਜਿਹੜੀ ਹੈਗੀ ਹੈ ਸਿਧਾਂਤ ਤੋਂ ਦੂਰ ਹੈ, ਤੇ ਇੱਕ ਨਵਾਂ ਤਰ੍ਹਾਂ ਦਾ ਜਿਹੜਾ ਇੱਕ ਸੱਭਿਆਚਾਰ ਜਿਹੜਾ ਹੈਗਾ ਮੈਰਿਜ ਦੇ ਨਾਲ ਰਿਲੇਟਡ ਜਿਹੜਾ ਆ ਗਿਆ ਹੈਗਾ, ਉਹਨੂੰ ਮੈਂ ਕਹਿੰਦਾ ਮੈਰਿਜ ਪੈਲੇਸ ਕਲਚਰ। ਤਾਂ ਉਹ ਜਿਹੜੀ ਸਾਡੇ ਸਿਧਾਂਤ ਤੋਂ ਬਿਲਕੁਲ ਜਿਹੜੀ ਹੈ ਉਲਟ ਜਿਹੜੀ ਕਲਚਰ ਹੈਗੀ, ਜਿਹੜੀ ਜੋ ਕੁਛ ਅਸੀਂ ਅੱਜ ਡਿਸਕਸ ਕੀਤਾ ਵੀ ਸਾਡੇ ਗੁਰੂ ਸਾਹਿਬ ਨੇ ਕੀ ਸਾਨੂੰ ਸੰਕਲਪ ਦਿੱਤਾ ਹੈ, ਕੀ ਸੰਦੇਸ਼ ਦਿੱਤਾ ਹੈਗਾ, ਜੀਵਨ ਸੰਦੇਸ਼ ਕੀ ਹੈ ਇਸ ਤੋਂ। ਲੇਕਿਨ ਜੋ ਕੁਛ ਮੈਰਿਜ ਪੈਲਸਾਂ 'ਚ ਹੋ ਰਿਹਾ ਹੈਗਾ ਕਿ ਮੈਂ ਦੇਖੋ ਦੋਨੋਂ ਜਿਹੜਾ ਮੈਂ ਦੇਖਿਆ ਹੈਗਾ ਕਿ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਮੈਂ ਜਿਹਨੂੰ 2 ਹਿੱਸਿਆਂ 'ਚ ਵੰਡਦਾ ਹੈਗਾ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ ਉਸ ਤੋਂ ਪਹਿਲਾਂ ਦਾ ਪੰਜਾਬ ਔਰ ਉਸ ਤੋਂ ਹੁਣ ਦਾ ਜਿਹੜਾ ਕਿ ਮੋਟੇ ਤੌਰ ਤੇ ਅਸੀਂ ਜਿਹੜਾ ਪਹਿਲਾਂ ਜਿਹੜਾ ਹੈਗਾ ਅਸੀਂ ਆਪਣੇ ਸਿਧਾਂਤਾਂ ਦੇ, ਆਪਣੇ ਸੱਭਿਆਚਾਰ ਦੇ, ਆਪਣੇ ਸਦਾਚਾਰ ਦੇ ਜ਼ਿਆਦਾ ਨੇੜੇ ਸੀ। ਔਰ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦਾ ਜਿਹੜਾ ਸਦਾਚਾਰ ਸੱਭਿਆਚਾਰ, ਪੰਜਾਬ ਦੀ ਜਿਹੜੀ ਨੈਤਿਕਤਾ ਦਾ ਜਿਹੜਾ ਆਧਾਰ ਹੈ ਉਹ ਸਿੱਖ ਹੈ, ਸਿੱਖ ਫਲਸਫਾ ਹੈ, ਤੇ ਪੰਜਾਬ ਦਾ ਸੱਭਿਆਚਾਰ ਸਿੱਖ ਸੱਭਿਆਚਾਰ ਹੈ, ਸਿੱਖ ਸਦਾਚਾਰ ਹੈ, ਸਿੱਖ ਨੈਤਿਕਤਾ ਹੈ। ਹੁਣ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਜਿਹੜਾ ਹੈ ਮੇਰਾ ਮਤਲਬ ਸਿੱਖਾਂ ਦਾ ਸੱਭਿਆਚਾਰ ਨਹੀਂ ਹੈ, ਸਿੱਖਾਂ ਦਾ ਸਦਾਚਾਰ ਨਹੀਂ, ਸਿੱਖਾਂ ਦੀ ਨੈਤਿਕਤਾ ਨਹੀਂ। ਗੁਰੂ ਦੀ ਸਿੱਖ ਤੋਂ ਮੇਰਾ ਭਾਵ ਹੈ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਜਿਹੜਾ ਹੈ। ਤੋ ਇਹ ਅਸੀਂ ਜ਼ਿਆਦਾ ਨੇੜੇ ਸੀਗੇ, ਹੁਣ ਅਸੀਂ ਇੰਨੇ ਦੂਰ ਹੋ ਗਏ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜਾ ਹੁਣ ਉਦਾਹਰਣ ਵਜੋਂ ਜਿਹੜਾ ਕਿ ਪਹਿਲੇ ਜਿਹੜੇ ਵਿਆਹ ਸੀਗੇ ਉਹਨਾਂ 'ਚ ਜਿਹੜਾ ਅਸੀਂ ਦੇਖਦੇ ਸੀਗੇ ਕਿ ਇੱਕ ਭਾਈਚਾਰਕ ਤੇ ਸਮਾਜਿਕ ਸਾਂਝ ਸੀਗੀ। ਜੇ ਤੁਸੀਂ ਪਿੰਡਾਂ 'ਚ ਵੀ ਚਲੇ ਜਾਓ, ਸ਼ਹਿਰਾਂ ਦੇ ਵਿੱਚ ਚਲੇ ਜਾਓ, ਤਾਂ ਤੁਹਾਨੂੰ ਇਹ ਲੱਗਦਾ ਸੀ ਕਿ ਦੇਖੋ ਕਿ ਜਿਹੜੇ ਉਸ ਮੁਹੱਲੇ ਦੇ ਵੀ ਲੋਕ ਹੈ, ਸ਼ਹਿਰ ਦੇ ਜਾਂ ਪਿੰਡ ਦੇ ਲੋਕ ਹੈ, ਉਹ ਕਹਿੰਦੇ ਸੀ ਅਸੀਂ ਧੀ ਵਾਲੇ ਹਾਂ, ਔਰ ਸਾਡਾ ਜੇ ਕੋਈ ਉੱਥੇ ਕੋਈ ਖਾਣਾ ਵੀ ਹੋਣਾ ਤੇ ਉਹਨਾਂ ਨੇ ਹੱਥ ਜੋੜ ਕੇ ਖੜ ਜਾਣਾ, ਉਹਨਾਂ ਨੇ ਕਹਿਣਾ ਦੇਖੋ ਅਸੀਂ ਲੜਕੀ ਵਾਲੇ ਹੈਗੇ, ਤੁਸੀਂ ਪਹਿਲਾਂ ਖਾਓ ਤੇ ਅਸੀਂ
ਬਾਅਦ ਅਸੀਂ ਤਾਂ ਤੁਹਾਡੀ ਸੇਵਾ ਲਈ ਆਏ, ਲੇਕਿਨ ਹੁਣ ਤੁਸੀਂ ਕੋਈ ਵੀ ਜਾ ਕੇ ਮੈਰਿਜ ਪੈਲਸਾਂ ਦੇਖ ਲਓ, ਤੁਸੀਂ ਦੱਸ ਹੀ ਨਹੀਂ ਸਕਦੇ ਕਿ ਕੁੜੀ ਵੱਲੋਂ ਕੌਣ ਹੈ ਤੇ ਮੁੰਡੇ ਵੱਲੋਂ ਕੌਣ ਹੈ। ਸਾਰੇ ਜਿਹੜੇ ਨੇ ਮਤਲਬ ਜਿਸ ਤਰ੍ਹਾਂ ਇੱਕੋ ਇੱਕ ਮਕਸਦ ਹੈ, ਵੈਸੇ ਇੱਥੇ ਇੰਜੋਏ ਕਰਨ ਆਏ ਹੋਏ। ਦੂਸਰੀ ਚੀਜ਼ ਜਿਹੜੀ ਮੇਰੀ ਆਬਜ਼ਰਵੇਸ਼ਨ ਹੈਗੀ ਆ ਕਿ ਪਹਿਲਾਂ ਜਿਹੜਾ ਹੈਗਾ ਕਿ ਅਸੀਂ ਦੱਸ ਸਕਦੇ ਸੀਗੇ ਕਿ ਇਹ ਕਿਹੜੇ ਭਾਈਚਾਰੇ ਦਾ ਅਸੀਂ ਵਿਆਹ ਅਟੈਂਡ ਕਰ ਰਹੇ ਹਾਂ। ਹਰ ਇੱਕ ਦਾ ਆਪਣਾ ਆਪਣਾ ਜਿਹੜਾ ਨਾ ਕੁਛ ਫਰਕ ਨੇ, ਤੇ ਉਹਦੇ ਵਿੱਚ ਕੀ ਇਹ ਬ੍ਰਾਹਮਣਾਂ ਦਾ ਹੈ, ਖੱਤਰੀਆਂ ਦਾ ਹੈ, ਇਹ ਬਾਣੀਆਂ ਦਾ ਹੈ, ਇਹ ਜੱਟਾਂ ਦਾ ਹੈ। ਲੇਕਿਨ ਅੱਜ ਤੁਸੀਂ ਜੇ ਤੁਹਾਨੂੰ ਪਤਾ ਨਹੀਂ ਹੈਗਾ ਵੀ ਕਿਹਦਾ ਵਿਆਹ ਹੈਗਾ, ਤਾਂ ਸਾਰੇ ਇੱਕੋ ਹੀ ਚੀਜ਼ ਹੈ, ਇੱਕੋ ਹੀ ਤਰ੍ਹਾਂ ਦਾ ਮਿਊਜ਼ਿਕ ਵੱਜ ਰਿਹਾ, ਇੱਕੋ ਹੀ ਤਰ੍ਹਾਂ ਦੇ ਉਹ ਨੱਚ ਰਹੇ ਆ, ਉੱਚੀ ਉੱਚੀ ਮਿਊਜ਼ਿਕ, ਕੰਨ ਪਾੜ ਕੇ, ਕੋਈ ਉੱਥੇ ਕੋਈ ਗੱਲਬਾਤ ਨਹੀਂ ਜੋ ਨਾ ਹੋ ਸਕਦੀ, ਇੰਨਾ ਲਾਊਡ ਮਿਊਜ਼ਿਕ ਹੈ। ਤੇ ਉੱਥੇ ਲੋਕ ਨੱਚ ਰਹੇ ਨੇ, ਉਹੀ ਤਰ੍ਹਾਂ ਦਾ ਖਾਣਾ, ਉਹੀ ਸ਼ਰਾਬ, ਹਰ ਇੱਕ ਵਿਆਹਾਂ ਤੋਂ। ਇਹ ਵੀ ਜਿਹੜਾ ਹੈਗਾ, ਇਹ ਅਗਰ ਅਸੀਂ ਕਹਿ ਲਈਏ ਸਾਰੇ ਇੱਕੋ ਜਿਹੇ ਹੋ ਗਏ ਨੇ, ਨਹੀਂ, ਕੁਦਰਤ ਦੇ ਜਿਹੜੇ ਇੱਕ ਮਤਲਬ ਜਿਹੜਾ ਹਰ ਇੱਕ ਦੀ ਆਪਣੀ, ਹਰ ਇੱਕ ਦਾ ਵਿਕਾਸ ਜਿਹੜਾ ਹਰ ਇੱਕ ਭਾਈਚਾਰੇ ਦਾ ਜਿਹੜਾ ਆਪਣੀ ਪਹਿਚਾਨ ਹੈ, ਆਪਣੀ ਇੱਕ ਉਹਦੀ ਕੁਦਰਤੀ ਤੌਰ ਤੇ ਵਿਕਸਿਤ ਹੋਈ ਹੈ। ਤਾਂ ਇਹ ਜਿਹੜਾ ਇੱਕ ਹੋਮੋਜੀਨਿਟੀ ਹੈ ਵੀ ਇੱਕ ਸੁਰਤਾ ਤਾਂ ਵਧੀਆ ਹੈ, ਲੇਕਿਨ ਇੱਕ ਯੂਨੀਫਾਰਮਿਟੀ ਹੈਗੀ ਤੇ ਇੱਕ ਹੈਗੀ ਯੂਨਿਟੀ। ਤੇ ਇੱਕ ਯੂਨਿਟੀ ਤਾਂ ਚੰਗੀ ਗੱਲ ਹੈ, ਲੇਕਿਨ ਯੂਨੀਫਾਰਮਿਟੀ ਦਾ ਮਤਲਬ ਸਾਰਿਆਂ ਨੂੰ ਇੱਕੋ ਜਿਹਾ ਬਣਾਉਣਾ, ਇਹ ਗੈਰ ਕੁਦਰਤੀ ਹੈ। ਸਾਡਾ ਜਿਹੜਾ ਗੁਰਬਾਣੀ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਕੁਦਰਤ ਪੱਖੀ ਫਲਸਫਾ ਹੈ, ਤਾਂ ਅਸੀਂ ਕੁਦਰਤ ਦਾ ਸਤਿਕਾਰ ਕਰਦੇ ਹਾਂ। ਅਸੀਂ ਤਾਂ ਕੁਦਰਤ ਜਿਹੜੀ ਹੈ ਉਹ ਡਾਈਵਰਸ ਹੈਗੀ, ਕੁਦਰਤ ਦੇ ਵਿੱਚ ਭਿੰਨਤਾ ਹੈਗੀ। ਜਦੋਂ ਅਸੀਂ ਸਾਰਿਆਂ ਨੂੰ ਅਸੀਂ ਉਹਦਾ ਸਤਿਕਾਰ ਕਰਨਾ ਹੈ, ਗੁਰੂ ਸਾਹਿਬ ਨੇ ਸਾਨੂੰ ਭਿੰਨਤਾ ਦਾ, ਪਲੂਰਲਿਜ਼ਮ ਦਾ, ਬਹੁਲਵਾਦ ਦਾ ਸਤਿਕਾਰ ਜਿਹੜਾ ਹੈ ਕਰਨਾ ਦੱਸਿਆ। ਇਹ ਨਹੀਂ ਕਿ ਸਾਰਿਆਂ ਨੂੰ ਇੱਕੋ ਜਿਹਾ ਬਣਾਉਣਾ। ਤਾਂ ਜਦੋਂ ਅਸੀਂ ਕਹਿੰਦੇ ਸਾਰੇ ਇੱਕੋ ਜਿਹੇ ਹੋ ਗਏ, ਇਸੇ ਤਰ੍ਹਾਂ ਜਿਹੜਾ ਜੇ ਅਸੀਂ ਕਹਿੰਦੇ ਕਿ ਔਰਤਾਂ ਬੰਦਿਆਂ ਵਰਗੀਆਂ ਹੋ ਜਾਣ, ਤਾਂ ਇਹ ਨੈਗੇਟਿਵ ਚੀਜ਼ ਹੈ। ਇਹ ਜਿਹੜਾ ਲਿਬਰੇਸ਼ਨ ਦਾ ਜਾਂ ਔਰਤ ਦਾ ਨਾਰੀ ਮੁਕਤੀ ਦਾ ਇਹ ਸੰਕਲਪ ਹੈ ਕਿ ਔਰਤਾਂ ਜਿਹੜੀਆਂ ਬੰਦਿਆਂ ਵਰਗੀਆਂ ਹੋ ਜਾਣ, ਮਰਦਾਂ ਵਰਗੀਆਂ ਹੋ ਜਾਣ। ਮੈਂ ਇਸ ਨੂੰ ਨਾਰੀ ਮੁਕਤੀ ਨਹੀਂ ਕਹਿੰਦਾ, ਮੈਂ ਤਾਂ ਇਹਨੂੰ ਔਰਤ ਦੀ ਜਿਹੜੀ ਡਿਗਰੇਡੇਸ਼ਨ ਕਹਿੰਦਾ, ਕਿ ਔਰਤ ਦੀ ਜਿਹੜੀ ਇਹ ਨਿਗਾਰ ਹੈ ਕਿ ਔਰਤ ਬੰਦੇ ਵਰਗਾ ਬਣੇ। ਕਿਉਂ ਬਣੇ? ਮਾਫ ਕਰਨਾ, ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਨਾ ਵੀ ਹੋ, ਮੈਂ ਤਾਂ ਸਮਝਦਾ ਕਿ ਔਰਤ ਜਿਹੜੀ ਹੈ ਉਹ ਕੁਦਰਤ ਨੇ ਬੰਦੇ ਤੋਂ ਉੱਪਰ ਬਣਾਈ ਹੈ, ਉਹਦਾ ਦਰਜਾ ਉੱਪਰ ਹੈ। ਕਿਉਂਕਿ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਵੀ ਕਿਹਾ ਕਿ ਔਰਤ ਸਿਰਜਣਾਤਮਕ ਹੈ। ਮੁੱਖ ਪੱਖ ਜਿਹੜਾ ਔਰਤ ਦਾ ਹੈਗਾ ਕ੍ਰੀਏਟਿਵਿਟੀ ਹੈ, ਤੇ ਬੰਦਾ ਜਿਹੜਾ ਜ਼ਿਆਦਾ ਪ੍ਰੋਡਕਟਿਵ ਹੈ, ਉਹ ਪੈਦਾਵਾਰਕ ਹੈ। ਤਾਂ ਸਿਰਜਣਾ ਕਰਨੀ ਪੈਦਾਵਾਰ ਕਰਨ ਨਾਲੋਂ ਉੱਪਰ ਹੁੰਦੀ ਹੈ। ਕ੍ਰੀਏਟਿਵਿਟੀ ਇਜ਼ ਹਾਇਰ ਦੈਨ ਪ੍ਰੋਡਕਟਿਵਿਟੀ। ਤਾਂ ਔਰਤ ਕ੍ਰੀਏਟਿਵ ਹੈ, ਬੰਦਾ ਪ੍ਰੋਡਕਟਿਵ ਹੈ। ਤਾਂ ਜ਼ਾਹਰ ਹੈ ਕਿ ਔਰਤ ਜਿਹੜੀ ਹੈਗੀ ਉਹ ਆਦਮੀ ਨਾਲੋਂ ਉੱਪਰ ਹੈ। ਔਰਤ ਦੇ ਵਿੱਚ ਜਿਹੜੇ ਗੁਣ ਨੇ, ਉਹਦੇ ਵਿੱਚ ਸਾਰੇ ਜਿਹੜੇ ਗੁਣ, ਜਿਹੜੇ ਸਦਗੁਣ ਨੇ, ਜਿਹੜੇ ਗੁਰਬਾਣੀ ਦੇ ਵਿੱਚ ਅਸੀਂ ਚੰਗੇ ਗੁਣ, ਅਸੀਂ ਸਦ ਤੋਂ ਮੈਂ ਭਾਵ ਅੱਛੇ ਗੁਣ ਜਿਹੜੇ ਨੇ, ਚਾਹੇ ਸਹਿਜ ਹੈ, ਚਾਹੇ ਸੈਂਸਿਟਿਵਿਟੀ ਹੈ, ਜਿਹੜੀ ਹੈ ਸੰਵੇਦਨਾ ਹੈ, ਚਾਹੇ ਜਿਹੜਾ ਹੈ ਸਬਰ ਸੰਤੋਖ ਹੈ, ਇਹ ਸਾਰੇ ਜਿਹੜੇ ਔਰਤ ਦੇ ਸਹਿਨਸ਼ੀਲਤਾ, ਟੋਲਰੈਂਸ ਹੈਗੇ, ਸਾਰੇ ਸਦਗੁਣ ਮੈਨੂੰ ਮੇਰਾ ਇਹ ਜਿਹੜੀ ਜਿੰਨਾ ਕਿ ਮੇਰਾ ਜ਼ਿੰਦਗੀ ਦਾ ਤਜਰਬਾ ਔਰਤ ਦੇ ਵਿੱਚ ਬੰਦੇ ਨਾਲੋਂ ਜ਼ਿਆਦਾ। ਤਾਂ ਜ਼ਾਹਰ ਹੈ ਕਿ ਔਰਤ ਜਿਹੜੀ ਹੈ ਆਦਮੀ ਨਾਲੋਂ ਹਾਇਰ ਲੈਵਲ ਦੀ ਜਿਹੜੀ ਪਰਮਾਤਮਾ ਨੇ ਉਹਨੂੰ ਰੱਖਿਆ ਹੈਗਾ। ਤੇ ਅਸੀਂ ਉਹਨੂੰ ਬੰਦੇ ਵਰਗਾ ਬਣਾਵਾਂਗੇ ਤਾਂ ਅਸੀਂ ਉਹਨੂੰ ਉੱਪਰ ਨਹੀਂ ਲਿਜਾ ਰਹੇ, ਮੇਰੇ ਹਿਸਾਬ ਨਾਲ ਉਹਨੂੰ ਅਸੀਂ ਥੱਲੇ ਲਿਜਾ ਰਹੇ ਹਾਂ। ਤਾਂ ਇਹ ਜਿਹੜੀ ਚੀਜ਼ ਹੈ, ਇਹ ਵੀ ਸਾਨੂੰ ਜਿਹੜਾ ਹੈਗਾ ਇਹਦਾ ਇੱਕ ਜਿਹੜਾ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਕੁਦਰਤ ਦਾ, ਇੱਕ ਮੈਂ ਹੋਰ ਜੇ ਕੁਤਾਈ ਕਰ ਜਾਂ ਇਹਦੀ ਮਾਫੀ ਮੰਗਦਾ ਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਕਿ ਔਰਤ ਨੂੰ ਜਿਹੜਾ ਦਰਜਾ ਜਿਹੜਾ ਉੱਪਰ ਰੱਖਿਆ ਗੁਰੂ ਸਾਹਿਬ ਨੇ, ਤਾਂ ਸ਼ਾਇਦ ਮੈਂ ਅਤ ਕਥਨੀ ਕਰਨਾ, ਮੇਰੇ ਛੋਟਾ ਮੂੰਹ ਵੱਡੀ ਗੱਲ, ਤਾਂ ਮੈਂ ਕਹਿੰਦਾ ਕਿ ਗੁਰੂ ਸਾਹਿਬ ਨੇ ਜਿੱਥੇ ਵੀ ਗੁਰਬਾਣੀ ਚ ਪਰਮਾਤਮਾ ਨਾਲ ਵਾਰਤਾਲਾਪ ਕੀਤਾ ਹੈਗਾ, ਡਾਇਲਾਗ ਕੀਤਾ ਹੈਗਾ, ਉੱਥੇ ਉਹ ਔਰਤ ਬਣ ਕੇ ਸੰਬੋਧਿਤ ਹੋਏ ਨੇ, ਆਪਣੇ ਆਪ ਨੂੰ ਔਰਤ ਬਣ ਕੇ ਪਰਮਾਤਮਾ ਨਾਲ ਵਾਰਤਾਲਾਪ ਕੀਤਾ। ਇਹ ਮੈਨੂੰ ਲੱਗਦਾ ਹੈ ਕਿ ਇਹ ਅਲਟੀਮੇਟਲੀ ਪ੍ਰੂਫ ਹੈ ਕਿ ਗੁਰੂ ਸਾਹਿਬ ਔਰਤ ਨੂੰ ਮਰਦ ਨਾਲੋਂ ਉੱਪਰ ਦਾ ਦਰਜਾ ਹੈ। ਮੈਂ ਸ਼ਾਇਦ ਜ਼ਿਆਦਾ ਗੱਲ ਕਹਿ ਗਿਆ ਹੋਵਾਂ, ਉਹਦੀ ਮਾਫੀ ਮੰਗਦਾ, ਪਰ ਇੱਥੇ ਹੀ ਮੈਂ ਜਿਹੜਾ ਹੈ ਆਪਣੀ ਗੱਲ ਸਮਾਪਤ ਕਰਾਂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਬਹੁਤ ਬਹੁਤ ਆਪ ਜੀ ਦਾ ਮਸ਼ਕੂਰ ਰਿਣੀ। ਬੜੀ ਖੂਬਸੂਰਤੀ ਨਾਲ ਆਪਨੇ ਅੱਜ ਦਾ ਵਿਸ਼ਾ
ਬਾਣੀ ਦੀਆਂ 4 ਲਾਵਾਂ ਦਾ ਜਿਸ ਹਿਸਾਬ ਤੁਸੀਂ ਉਸ ਨੂੰ ਕਲੈਰੀਫਾਈ ਕੀਤਾ, ਜਿਸ ਹਿਸਾਬ ਉਸ ਨੂੰ ਤੁਸੀਂ ਸਮਝਾਇਆ, ਜਿੱਥੇ ਤੁਸੀਂ ਇਹਦੀ ਬੜੀ ਸਪਿਰਿਟ ਹੀ ਦੱਸੀ ਹੈ, ਉੱਥੇ ਤੁਸੀਂ ਜਿਹੜੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਨੇ, ਅੱਜ ਜੋ ਹਾਲਾਤ ਅਸੀਂ ਆਸ-ਪਾਸ ਦੇਖ ਰਹੇ ਹਾਂ, ਕਿ ਤੁਸੀਂ ਇੱਕ ਸ਼ਬਦ ਵਰਤਿਆ, ਰਿਸ਼ਤਿਆਂ ਦਾ ਵਪਾਰੀਕਰਨ, ਮੰਡੀਕਰਨ, ਇਹਨੂੰ ਕਹਿ ਲਓ ਵਸਤੂਕਰਨ, ਉਸ ਨਾਲ ਜਿਹੜਾ ਸਮਾਜ ਵੀ ਜਿਹੜਾ ਹੈ ਉਹ ਮੰਡੀਕਰਨ ਬਣ ਗਿਆ, ਇੱਕ ਬਿਜ਼ਨਸ ਬਣ ਗਿਆ। ਔਰ ਦੇਖੋ ਰਿਸ਼ਤਿਆਂ ਦਾ ਸਭ ਤੋਂ ਪਵਿੱਤਰ ਸੰਸਥਾ ਮੰਡੀ ਵਿੱਚ ਹੋ ਜਾਏ, ਫਾਰ ਸੇਲ ਹੋ ਜਾਏ, ਇਸ ਤੋਂ ਵੱਡੀ ਮਤਲਬ ਵਿਡੰਬਨਾ ਕੀ ਹੈ। ਮੇਰੀ ਹੱਥ ਜੋੜ ਕੇ ਬੇਨਤੀ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਸੀਂ ਸਾਰੇ ਜੁੜੇ ਹੋਏ ਹਾਂ, ਕਮਾਲ ਕਰ ਦਿੱਤੀ ਕਿ ਕਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਕਿਵੇਂ ਸਾਡਾ ਸ਼ੋਸ਼ਣ ਹੋ ਰਿਹਾ ਹੈ, ਔਰ ਉਹ ਅਸੀਂ ਸ਼ੋਸ਼ਣ ਆਪ ਕਰ ਰਹੇ ਹਾਂ। ਪਹਿਲੇ ਲੋਕ ਭਾਵਕ ਹੁੰਦੇ ਸਨ, ਰਿਸ਼ਤਿਆਂ ਦੀ ਕਦਰ ਸਮਝਦੇ ਸਨ, ਨਿਭਾਉਂਦੇ ਸਨ, ਫਿਰ ਰਿਸ਼ਤੇ ਪ੍ਰੈਕਟੀਕਲ ਹੋ ਗਏ, ਰਿਸ਼ਤਿਆਂ ਤੋਂ ਫਾਇਦੇ ਉਠਾਉਣੇ ਸ਼ੁਰੂ ਹੋ ਗਏ। ਲੇਕਿਨ ਅੱਜ ਜਿਹੜਾ ਹੋ ਰਿਹਾ, ਜਿਹਦੀ ਚਿੰਤਾ ਡਾਕਟਰ ਸਾਹਿਬ ਤੁਸੀਂ ਕੀਤੀ ਹੈ, ਹੁਣ ਰਿਸ਼ਤੇ ਵੀ ਪ੍ਰੋਫੈਸ਼ਨਲ ਹੋ ਗਏ ਨੇ। ਹੁਣ ਰਿਸ਼ਤੇ ਬਣਾਉਂਦੇ ਅਸੀਂ ਉਹਨਾਂ ਨਾਲ ਆ ਜਿਨ੍ਹਾਂ ਤੋਂ ਸਾਨੂੰ ਫਾਇਦਾ ਮਿਲ ਸਕਦਾ ਹੋਵੇ। ਔਰ ਇਸ ਨੂੰ ਅਗਰ ਸਮਝਣਾ ਹੈ, ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਹੈ, ਤਾਂ ਅਖਬਾਰਾਂ ਦੇ ਵਿੱਚ ਜਿਹੜੇ ਵਿਆਹਾਂ ਦੀਆਂ ਐਡਵਰਟਾਈਜ਼ਮੈਂਟ ਨੇ, ਮੈਟਰੀਮੋਨੀਅਲ ਐਡਸ ਨੇ, ਉਹ ਪੜ੍ਹ ਲਓ ਕਿ ਕਿਸ ਤਰ੍ਹਾਂ ਮਨੁੱਖੀ ਰਿਸ਼ਤਿਆਂ ਵਿੱਚ ਸਭ ਤੋਂ ਅਹਿਮ ਰਿਸ਼ਤਾ ਕੰਪਰੋਮਾਈਜ਼ ਹੋ ਰਿਹਾ ਹੈ, ਕਿਸ ਤਰ੍ਹਾਂ ਰਿਸ਼ਤੇ ਜਿਹੜੇ ਨੇ ਪੈਕੇਜ ਬਣ ਰਹੇ ਨੇ। ਕਮਾਲ ਹੈ। ਤੋ ਮੈਂ ਡਾਕਟਰ ਸਾਹਿਬ ਤੁਹਾਡਾ ਫਿਰ ਬੜਾ ਮਸ਼ਕੂਰ ਹਾਂ। ਇੱਕ ਗੱਲ ਬੜੀ ਜਿਹੜੀਆਂ 4 ਲਾਵਾਂ ਨੇ ਪ੍ਰਵਿਰਤੀ ਦੀਆਂ, ਪ੍ਰਵਿਰਤੀ ਤੇ ਨਿਰਵਿਰਤੀ ਦੀ ਗੱਲ ਹੋਵੇ, ਬੈਰਾਗ ਦੀ ਗੱਲ ਹੋਵੇ, ਜਾਂ ਬਹੁ ਤੇ ਭਾਵ ਦੀ ਗੱਲ ਹੋਵੇ, ਚੌਥੀ ਜਿਹੜੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜੀ ਸਭ ਤੋਂ ਮਨੁੱਖ ਦੀ ਉੱਚੀ ਅਵਸਥਾ ਹੈ, ਉਹਨੂੰ ਭਾਰਤੀ ਪਰੰਪਰਾ ਤੁਰੀਆ ਅਵਸਥਾ ਕਹਿੰਦੇ ਨੇ। ਇਹ ਸਹਿਜ, ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਹਿਜ ਕਿਹਾ ਗਿਆ। ਸਹਿਜ ਮਤਲਬ ਆਈ ਮੀਨ ਮਾਈਂਡ ਤੋਂ ਰਹਿਤ ਦੀ ਅਵਸਥਾ। ਤੋਂ ਆਪਣੇ ਆਪ ਕੰਮ ਸਹਿਜ ਹੋ ਜਾਂਦੇ ਨੇ ਜੇ ਆਪਣੇ ਅੰਦਰ ਰੂਹਾਨੀਅਤ ਆ ਜਾਵੇ। ਗ੍ਰਸਤ ਵਿੱਚ, ਜ਼ਿੰਦਗੀ ਵਿੱਚ ਆਨੰਦ ਲਈ ਸਹਿਜ ਦੀ ਬੜੀ ਜ਼ਰੂਰਤ ਹੈ। ਜਿਵੇਂ ਮੈਂ ਸ਼ੁਰੂਆਤ ਅਸੀਂ ਕੀਤੀ ਸੀ ਏਕ ਜੋਤ ਦੋਇ ਮੂਰਤੀ, ਤੋਂ ਮੈਂ ਸਹਿਜ ਲਈ ਅਖੀਰ ਦਾ ਜਿਹੜਾ ਇਹਦਾ ਮੈਂ ਸਮਾਪਤੀ ਵਿੱਚ ਇੱਕ ਗੱਲ, ਇੱਕ ਛੋਟਾ ਜਿਹਾ 4 ਲਾਈਨਾਂ ਕਿ ਸਹਿਜ ਕੀ ਹੈ, ਜਾਂ ਮੈਂ ਕਹਿ ਲਵਾਂ ਗ੍ਰਸਤ ਕੀ ਹੈ। ਉਹ ਹੈ ਕਿ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਕਿ ਇੱਕ ਬੁੱਤ ਤੇਰਾ ਹੈ, ਇੱਕ ਬੁੱਤ ਮੇਰਾ ਹੈ। ਉਹ ਕਹਿੰਦੇ ਮੈਂ ਤੇ ਤੂੰ ਵਾਲੀ ਗੱਲ ਛੱਡ, ਆ ਤੋੜ ਕੇ ਦੋਨਾਂ ਨੂੰ ਮਿੱਟੀ 'ਚ ਮਿਲਾ ਦਈਏ, ਫਿਰ ਉਸ ਮਿੱਟੀ ਵਿੱਚੋਂ ਇੱਕ ਨਵਾਂ ਬੁੱਤ ਬਣਾ ਦਈਏ। ਤੇਰੇ ਬੁੱਤੇ 'ਚ ਮੈਂ ਹੋਵਾਂ, ਮੇਰੇ ਵਿੱਚ ਤੂੰ ਹੋਵੇਂ। ਇਹ ਹੈ ਸਹਿਜ ਅਵਸਥਾ। ਤਾਂ ਇਹ 4 ਲਾਵਾਂ, 4 ਕਮਿਟਮੈਂਟਸ ਨੇ, ਇੱਕ ਦੂਸਰੇ ਲਈ, ਇੱਕ ਦੂਸਰੇ ਦੀ ਰੱਖਿਆ ਲਈ, ਇੱਕ ਦੂਸਰੇ ਦਾ ਨੂੰ ਆਦਰ ਦੇਣਾ। ਇਹ ਹੀ ਧਰਮ ਹੈ। ਮੈਨੂੰ ਲੱਗਦਾ ਕਿ ਜਿਹੜੀ ਗੱਲ ਤੁਸੀਂ ਇੱਕ ਡਾਕਟਰ ਸਾਹਿਬ ਹੋਰ ਕਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਫੀਮੇਲ ਤੇ ਮੇਲ ਦੇ ਡਾਇਲੋਗ ਨੇ, ਆਤਮਾ ਤੇ ਪਰਮਾਤਮਾ ਦਾ ਡਾਇਲੋਗ ਹੈ। ਇਹ ਬੜਾ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ, ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਇਸਤਰੀ ਹੈ, ਪੂਰੇ ਬ੍ਰਹਮੰਡ ਦੇ ਵਿੱਚ ਜਿੰਨੀ ਫੀਮੇਲ ਹੈ, ਉਸ ਨੂੰ ਇਤਨਾ ਵੱਡਾ ਮਾਨ ਦਿੱਤਾ ਹੈ। ਤੋ ਮੈਂ ਸਮਝਦਾ ਕਿ ਕਿਉਂਕਿ ਸਮਾਜ ਦੀ ਸਿਰਜਕ ਜਿਹੜੀ ਹੈ ਉਹ ਇਸਤਰੀ ਹੈ। ਉਹ ਕਹਿੰਦੇ ਨਾ ਕਿ ਕਿਹਾ ਸੀ ਕਿਸੇ ਨੇ ਕਿ ਤੁਸੀਂ ਮੈਨੂੰ ਚੰਗੀਆਂ ਮਾਵਾਂ ਦੇ ਦਿਓ, ਮੈਂ ਤੁਹਾਨੂੰ ਚੰਗਾ ਸਮਾਜ, ਚੰਗਾ ਧਰਮ, ਚੰਗੀ ਕੌਮ ਦੇ ਦਿਆਂਗਾ, ਚੰਗਾ ਦੇਸ਼ ਦੇ ਦਿਆਂਗਾ। ਤੋ ਅੱਜ ਦਾ ਇਹ ਜਿਹੜਾ ਸਾਡਾ ਸੰਦੇਸ਼ ਹੈ ਕਿ ਆਨੰਦ ਕਾਰਜ ਜੀਵਨ ਸੰਦੇਸ਼, ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਘਰਾਂ ਦੇ ਵਿੱਚ ਜੋ ਕਲੈ ਅਸੀਂ ਦੇਖਦੇ ਹਾਂ, ਜੋ ਜਿਹੜੀ ਗੱਲ ਤੁਸੀਂ ਮੈਨੂੰ ਯਾਦ ਆ ਗਈ ਕਿ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਹੀ ਕਿ ਇੱਥੇ ਮੈਕਸਿਮਮ ਕੇਸ ਜਿਹੜੇ ਨੇ ਉਹ ਸਿੱਖਾਂ ਦੇ ਨੇ। ਤੋ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਗੱਲਾਂ ਤੋਂ ਅਸੀਂ ਮੁਕਤ ਹੋਈਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਸ਼ਬਦ ਗੁਰੂ ਨਾਲ ਜੁੜੀਏ। ਇਹਦੇ ਵਿੱਚ ਹੀ ਸਹਿਜ ਹੈ, ਇਹਦੇ ਵਿੱਚ ਹੀ ਜਿਹੜੀ ਹੈ ਕੌਮ ਦੀ ਭਲਾਈ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਸ਼ਨੀਚਰਵਾਰ ਇੱਕ ਨਵੇਂ ਵਿਸ਼ੇ ਨਾਲ ਅਸੀਂ ਤੁਹਾਡੇ ਸਾਹਮਣੇ ਆਵਾਂਗੇ।
फिर एक बारी वाहिगुरू जी का खालसा वाहिगुरू जी की फतेह।